ਬਹੁਤੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਦੇਖੀਏ, ਦੁਆਬੇ ਦੇ ਖਾਸ ਕਰਕੇ ਪਿੰਡਾਂ 'ਚ ਜਾ ਕੇ ਦੇਖੀਏ ਤਾਂ ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਨੇ। ਵੱਡੀਆਂ ਵੱਡੀਆਂ ਕੋਠੀਆਂ ਨੂੰ ਜਿੰਦੇ ਲੱਗ ਚੁੱਕੇ ਨੇ। ਨਾ ਤਾਂ ਰੁਜ਼ਗਾਰ ਮਿਲ ਰਿਹਾ ਹੈਗਾ ਤੇ ਨਾ ਹੀ ਸੁੱਖ ਸਹੂਲਤਾਂ। ਚਾਹ ਹੁੰਦਾ ਸੀ ਦੇਸ਼ ਦੀ ਸੇਵਾ ਦੇ ਲਈ ਜਾਣ ਦਾ, ਤੇ ਹੁਣ ਚਾਹ ਨੌਜਵਾਨਾਂ ਨੂੰ ਇਸ ਦਾ ਹੁੰਦਾ ਕਿ ਕਦੋਂ ਵੀਜ਼ਾ ਲੱਗੇ ਤੇ ਮੈਂ ਕੈਨੇਡਾ ਜਾਵਾਂ ਜਾਂ ਆਸਟ੍ਰੇਲੀਆ ਜਾਵਾਂ। ਮੈਨੂੰ ਨਹੀਂ ਯਾਦ ਆਪਣੇ ਸਕੂਲ ਦੀ ਤੇ ਗੱਲ ਹੀ ਛੱਡ ਦਿਓ, ਛੋਟੇ ਬਚਪਨ ਕਿ ਕਾਲਜ ਦੇ ਵੱਲ ਕੋਈ ਬੱਚੇ ਕੋਈ ਇਸ ਪਾਸੇ ਰੁਝਾਨ ਹੋਵੇ ਨਸ਼ਿਆਂ ਵੱਲ ਬਾਹਰ ਜਾਣ ਵਾਸਤੇ ਬੜਾ ਚਾਅ ਕਿਉਂ ਹੈ? ਕਿਉਂਕਿ ਇੰਨਾ ਪੜ੍ਹ ਲਿਖ ਕੇ ਵੀ ਰੁਜ਼ਗਾਰ ਦੇ ਸਾਧਨ ਜਿੰਨੇ ਹੋਣੇ ਚਾਹੀਦੇ ਨੇ। ਮੈਂ ਸਿਰਫ ਨੌਕਰੀ ਦੀ ਗੱਲ ਨਹੀਂ ਕਰਦਾ, ਮਗਰ ਦੂਜੀ ਗੱਲ ਵੀ ਕਰਦਾ ਹਰ ਜਗ੍ਹਾ, ਤੇ ਉਹ ਨਹੀਂ ਹੈਗੇ। ਫੌਜ ਦੀ ਘਾਟ ਲਗਾਤਾਰ ਬਰਕਰਾਰ ਹੈ। ਤਾਂ ਫੌਜ ਦੇ ਵਿੱਚ ਅਕਸਰ ਦੇਖਦੇ ਪੰਜਾਬ ਦੀ ਬਹੁਤ ਜ਼ਿਆਦਾ ਸ਼ਮੂਲੀਅਤ ਰਹਿੰਦੀ ਹੈ, ਤੇ ਉਹ ਲੱਗਦਾ ਕਿ ਉਹ ਭਰਤੀ ਨਾ ਹੋਣਾ ਵੀ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਦਾ ਕਾਰਨ ਬਣਦਾ ਹੈ। ਬਿਲਕੁਲ। ਅਗਨੀਵੀਰ ਜਿਹੜਾ ਜ਼ਿਕਰ ਕੀਤਾ ਗਿਆ ਕਿ ਇੱਕ ਹਿਸਾਬ ਨਾਲ ਠੇਕੇ ਤੇ ਫੌਜ ਦੇ ਵਿੱਚ ਭਰਤੀ, ਤੁਹਾਨੂੰ ਹੈਰਾਨੀ ਹੋਈ ਸੀ ਜਦੋਂ ਇਹ ਸ਼ਬਦ ਸੁਣੇ ਸੀ? ਵੀ ਬਹੁਤ ਵੱਡੀ ਹੈਰਾਨੀ ਹੋਈ। ਮੈਂ ਤੇ ਤੁਹਾਨੂੰ ਇਹੋ ਦੱਸ ਲਗਾ, ਮੈਂ ਤੇ ਇਹਨਾਂ ਦਾ ਕੇਸ ਟੇਕਅਪ ਕਰਦਾ ਰਿਹਾ। ਜੋ ਆਪਣੇ ਦੇਸ਼ ਦੀ ਖਾਤਰ ਮਜ਼ਬੂਤ ਜਜ਼ਬਾ ਹੁੰਦਾ ਹੀ ਹੈ ਵੀ ਹੈ, ਤੇ ਉੱਥੇ ਉਹਨਾਂ ਦੇ ਵਾਸਤੇ ਤੁਸੀਂ ਆਹ ਸਕੀਮ ਕਰਤੀ 4 ਸਾਲ ਵਾਸਤੇ ਆ ਜਾਓ, ਫਿਰ ਲੈ ਲਓ, ਫਿਰ ਕਰਕੇ 10 ਸਾਲ 15 ਸਾਲ ਤੇ ਕਰਕੇ ਤਾਂ ਕਿ ਪੈਨਸ਼ਨ ਦੇਣੀ ਚਾਹੀਦੀ। ਸਕੀਮਾਂ ਸਾਰੀਆਂ ਸਰਕਾਰ ਆਪਣੇ ਆਪ ਠੀਕ ਕਹੀ ਜਾਂਦੀ ਹੈ, ਆਪਣਾ ਢੋਲ ਵਜਾਈ ਜਾਂਦੀ ਹੈ, ਉਹਨਾਂ ਨੇ ਵੋਟਾਂ ਲੈਣੀਆਂ ਨੇ, ਪਰ ਅਸਲ ਵਿੱਚ ਜਾ ਤਾਂ ਰਹੇ ਨੇ। ਪਰ ਉਦੋਂ ਬਾਅਦ ਕੀ ਹੋਏਗਾ, ਉਹਨਾਂ ਦਾ ਭਵਿੱਖ ਕੀ ਹੈ? ਸੋ ਇਹ ਸਾਰਾ ਮੁੱਦਾ ਜਿਹੜਾ ਇਸੇ ਕਰਕੇ ਫਿਊਚਰ ਇਜ਼ ਇਨ ਡਾਰਕ ਯੂਥ ਵਾਸਤੇ। BSF ਦੇ ਉੱਪਰ ਸਿੱਧੇ ਤੌਰ ਤੇ ਇੱਕ ਪ੍ਰਸ਼ਨ ਚਿੰਨ੍ਹ ਰਹਿੰਦਾ ਹੈਗਾ। ਤੁਹਾਨੂੰ ਕੀ ਨਜ਼ਰ ਆਇਆ, ਕਿਉਂਕਿ ਤੁਸੀਂ ਵੀ ਗਾਹੇ ਬਗਾਹੇ ਜੁੜੇ ਰਹਿੰਦੇ ਹੋ ਇਹਨਾਂ ਸਾਰੇ ਲੋਕਾਂ ਦੇ ਨਾਲ? ਟੈਂਪਟੇਸ਼ਨ ਜਿੱਦਾਂ ਮੈਂ ਦੱਸਿਆ, ਜਦੋਂ ਕੁਛ ਚੀਜ਼ ਮਿਲਦੀ ਹੋਈ ਫਰੀ ਮਿਲਦੀ ਹੋਏ ਤੇ ਉਹ ਕਾਬੂ ਆਉਂਦੇ ਰਹਿੰਦੇ ਤੇ ਹੈ ਹੀ, ਉਹ 'ਚ ਕੋਈ ਸ਼ੱਕ ਨਹੀਂ ਕਿ ਉਹਦੇ ਵਿੱਚ ਕਈ ਫੜੇ ਗਏ। ਸਰ, ਮੰਨ ਲਈ ਕਿ ਸਰਕਾਰਾਂ ਦੀ ਪਾਲਿਸੀ ਇਸ ਵੇਲੇ ਇਹ ਹੋ ਚੁੱਕੀ, ਖਾਸ ਕਰਕੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ, ਕਿ ਲੋਕਾਂ ਨੂੰ ਆਪਣੇ ਟੁਕੜਿਆਂ ਤੇ ਪਾਲਣਾ ਚਾਹੁੰਦੀ ਹੈ ਸਰਕਾਰ। ਮੱਛੀ ਫੜਨਾ ਸਿਖਾਉਣਾ ਚਾਹੁੰਦਾ ਹੈ, ਮੱਛੀ ਖਾਣਾ ਨਹੀਂ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਅਫਸਰਸ਼ਾਹ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਜ਼ਰੀਏ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰਕਾਰ ਪੰਜਾਬ ਇਹਨਾਂ ਹਾਲਾਤਾਂ 'ਚ ਪਹੁੰਚਿਆ ਕਿਉਂ। ਅਸੀਂ ਜੋ ਸੰਤਾਪ ਹੰਢਾ ਰਹੇ ਹਾਂ, ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਦਰਪੇਸ਼ ਨੇ ਕਿ ਕਿਸ ਤਰੀਕੇ ਨਾਲ ਸਾਡਾ ਯੂਥ ਲਗਾਤਾਰ ਨਿਰਾਸ਼ਾ ਦੇ ਵਿੱਚ ਆਪਣਾ ਭਵਿੱਖ ਭਾਲਦਾ ਹੋਇਆ ਵਿਦੇਸ਼ਾਂ ਦਾ ਰੁਖ ਕਰ ਚੁੱਕਾ ਹੈਗਾ। ਇੱਥੇ ਬਹੁਤੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਦੇਖੀਏ, ਦੁਆਬੇ ਦੇ ਖਾਸ ਕਰਕੇ ਪਿੰਡਾਂ 'ਚ ਜਾ ਕੇ ਦੇਖੀਏ ਤਾਂ ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਨੇ। ਵੱਡੀਆਂ ਵੱਡੀਆਂ ਕੋਠੀਆਂ ਨੂੰ ਜਿੰਦੇ ਲੱਗ ਚੁੱਕੇ ਨੇ, ਕਿਉਂਕਿ ਉੱਥੇ ਦੇ ਨੌਜਵਾਨ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਨੇ। ਕਹਿੰਦੇ ਨੇ ਕਿ ਇੱਥੇ ਨਾ ਤਾਂ ਰੁਜ਼ਗਾਰ ਮਿਲ ਰਿਹਾ ਹੈਗਾ ਤੇ ਨਾ ਹੀ ਸੁੱਖ ਸਹੂਲਤਾਂ। ਆਖਰਕਾਰ ਆਪਣੀ ਮਾਂ ਧਰਤੀ ਨੂੰ ਛੱਡ ਕੇ ਜਾਣ ਦਾ ਕਾਰਨ ਕੀ ਹੈਗਾ? ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੱਖ-ਵੱਖ ਸੀਨੀਅਰ ਅਫਸਰਾਂ ਤੱਕ ਪਹੁੰਚ ਕਰਕੇ ਉਹਨਾਂ ਦੇ ਤਜਰਬੇ ਤੋਂ ਸਮਝਣ ਦੀ ਕਿ ਆਖਰਕਾਰ ਉਹਨਾਂ ਮੁਤਾਬਕ ਕਿਹੋ ਜਿਹੇ ਹਾਲਾਤ ਨੇ ਤੇ ਕਿਉਂ ਇਹਨਾਂ ਹਾਲਾਤਾਂ 'ਚ ਪੰਜਾਬ ਹੈਗਾ ਕਿ ਅੱਜ ਬਹੁਤ ਸਾਰੇ ਲੋਕ ਇੱਥੋਂ ਵਿਦੇਸ਼ਾਂ ਦੇ ਵੱਲ ਜਾਣਾ ਚਾਹੁੰਦੇ ਨੇ। ਸਾਡੇ ਨਾਲ ਅੱਜ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਸਮਝਾਂਗੇ। ਉਹਨਾਂ ਦੇ ਤਜਰਬਾ ਬਹੁਤ ਲੰਬਾ ਹੈਗਾ, ਫੌਜ ਦੇ ਵਿੱਚ ਵੀ ਵੱਖ-ਵੱਖ ਭੂਮਿਕਾ ਨਿਭਾਈਆਂ ਤੇ ਨਾਲ ਦੀ ਨਾਲ ਮੌਕੇ ਤੇ ਵੀ ਇਸ ਵਕਤ ਵੀ ਆਪਣੇ ਲੇਖਾਂ ਦੇ ਜ਼ਰੀਏ ਲੋਕਾਂ ਤੱਕ ਆਵਾਜ਼ ਪਹੁੰਚਾ ਰਹੇ ਨੇ। ਅਖਬਾਰਾਂ ਦੇ ਵਿੱਚ ਲਗਾਤਾਰ ਉਹਨਾਂ ਦੇ ਵੱਡੇ ਵੱਡੇ ਲੇਖ ਛਪਦੇ ਨੇ, ਤਾਂ ਉਹਨਾਂ ਦੇ ਜ਼ਰੀਏ ਵੀ ਆਪਣੀ ਆਵਾਜ਼ ਬੁਲੰਦ ਕਰਦੇ ਨੇ। ਸਰ, ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਵੈਰੀ ਮਚ। ਕਾਲੋ ਸਾਹਿਬ, ਸਮਝਣ ਦੀ ਕੋਸ਼ਿਸ਼ ਕਰੀਏ, ਤੁਹਾਡਾ ਬਹੁਤ ਵੱਡਾ ਤਜਰਬਾ ਰਿਹਾ ਜ਼ਿੰਦਗੀ ਦਾ। ਹੁਣ ਤੁਹਾਡੇ ਜ਼ਿੰਦਗੀ ਦੇ ਉਹਨਾਂ ਪਲਾਂ ਤੋਂ ਸ਼ੁਰੂ ਕਰ ਲੈਂਦੇ ਆ ਕਿ ਜਦੋਂ ਤੁਸੀਂ ਫੌਜ ਦੇ ਵਿੱਚ ਭਰਤੀ ਹੋਏ ਸੀ, ਕਿਹੜੀ ਇੱਛਾ ਦੇ ਨਾਲ ਭਰਤੀ ਹੋਏ ਸੀ, ਤੁਹਾਡੇ ਮਨ ਦੇ ਵਿੱਚ ਉਦੋਂ ਕੀ ਸੀਗਾ, ਤੇ ਅੱਜ ਦਾ ਯੂਥ ਜਿਹੜਾ ਹੈਗਾ ਉਹਦੇ ਮਨ ਦੇ ਵਿੱਚ ਕੁਝ ਹੋਰ ਹੀ ਚੱਲ ਰਿਹਾ ਹੈਗਾ। ਇਹ ਦੋ ਅਲੱਗ-ਅਲੱਗ ਮੈਨੂੰ ਲੱਗਦਾ ਸਥਿਤੀਆਂ ਹੈਗੀਆਂ ਨੇ। ਜਦੋਂ ਇੱਕ ਚਾਹ ਹੁੰਦਾ ਸੀ ਦੇਸ਼ ਦੀ ਸੇਵਾ ਦੇ ਲਈ ਜਾਣ ਦਾ, ਤੇ ਹੁਣ ਚਾਹ ਨੌਜਵਾਨਾਂ ਨੂੰ ਇਸ ਦਾ ਹੁੰਦਾ ਕਿ ਕਦੋਂ ਵੀਜ਼ਾ ਲੱਗੇ ਤੇ ਮੈਂ ਕੈਨੇਡਾ ਜਾਵਾਂ ਜਾਂ ਆਸਟ੍ਰੇਲੀਆ ਜਾਵਾਂ। ਇਹ ਦੋਹਾਂ ਚੀਜ਼ਾਂ ਨੂੰ ਤੁਲਨਾ ਕਰਕੇ ਦੇਖਦੇ ਤਾਂ ਕੀ ਨਜ਼ਰ ਆਉਂਦਾ ਤੁਹਾਨੂੰ? ਹਰਦੀਪ ਜੀ, ਪਹਿਲੇ ਤੇ ਮੈਂ ਮੁਬਾਰਕਬਾਦ ਦੇਣਾ ਤੁਹਾਨੂੰ, ਤੁਹਾਡੇ ਚੈਨਲ ਵਾਲਿਆਂ ਨੂੰ ਵੀ, ਕਿ ਇਹ ਨੌਜਵਾਨ ਦੀ ਦੁੱਖ ਦੀ ਰਗ ਨੂੰ ਤੁਸੀਂ ਛੂਇਆ। ਔਰ ਤੁਸੀਂ ਇਹ ਗੱਲ ਕੀਤੀ ਹੈ ਕਿ ਮੇਰੇ ਬਚਪਨ ਤੋਂ ਲੈ ਕੇ ਕਿਸਮ ਦਾ ਕਿ ਫੌਜ 'ਚ ਉਦੋਂ ਕੀ ਹਾਲਾਤ ਸੀ। ਅਸੀਂ ਤੇ ਪਾਕਿਸਤਾਨ ਤੋਂ ਉਜੜੇ ਪੁਜੜੇ ਆਏ ਸੀ, ਮੇਰੀ ਉਮਰ 4.5 ਸਾਲ ਸੀ ਉਸ ਵੇਲੇ, ਤੇ ਆ ਕੇ ਜਦੋਂ ਆਪਣੇ ਡਿਸਟ੍ਰਿਕਟ ਉੱਥੇ ਸੈਟਲ ਹੋ ਗਏ ਤੇ ਸਕੂਲ ਦੇਖੋ ਉੱਥੇ
बड़े हालात उहो जे हम तपड़ वाला स्कूल से उत्थे पढ़ के, मगर एज ए स्टूडेंट अगर मैं देखा अपनी लाइफ से झात मारा तो पूरे, क्योंकि स्कूल च उत्थे लागे कॉलेज सी सिख नेशनल कॉलेज कादियां, मैनूं इस बात का बड़ा माण है कि मैं उत्थे उत्थों का प्रोडक्ट हाँ। तो उस वेले नौजवान का ध्यान एक वो पहलू है आकर्षण गेमां वल, नौजवान का ध्यान कि असी कुछ करके दिखाना है देश की खातर। फौज वाज वेरी गुड अट्रैक्शन। तो मैं समझदा है NCC एक इहो जिहा अट्रैक्शन सी जिहदे वल मैं आकर्षित होया। साइंस के सब्जैक्ट छड्ड के उस समय FSC रखी सी छड्ड के, तो मैं आर्ट्स रख ले, तो मैं क्योंकि मैं कमीशन लेना चाहुंदा सी। मगर उस वेले कोई अनएम्पलॉयमेंट की कोई इहो जी गल है ही नहीं सी। FSC पास करके FA पास करके FS छड्ड दी। मैं अप्लाई किया, मैंने असिस्टेंट स्टेशन मास्टर वास्ते सिलेक्ट कर लिया गया। मैंने कहा कि आ जाओ, वो क्वालिफिकेशन ये नहीं सी। मैं कहनी मैं फौज से जाना। तो खैर मैं NCC थ्रू कमीशन ले लिया। 20.5 साल की उम्र मैं कमीशन लिया। कंपीट करना पिया। गेमां वाल ध्यान सीगा, गेमां खेलियां, यूनीवर्सिटी पद्धर तक खेलिया। अपने शौक होंगे साहित्य वाल, कविता लिखण वाल, डेक्लेमेशन डिबेट च हिस्सा लेना। मैं अपने कॉलेज के जी गेम भी खेली, हॉकी खेली यूनीवर्सिटी लैवल तक, बाद भी फौज भी ध्यान इधर सी। मैनूं नहीं याद अपने स्कूल की तो गल ही छड्ड दो छोटे बचपन कि कॉलेज के वल कोई बच्चे कोई इस पासे रुझान होवे नशिया वल, जां किसी का ध्यान होवे। कई मैट्रिक पढ़ के ते पटवारी लगे, कई बस मौके छड़ के मेरे नाल पढ़ते सी, कई अगे फौज भर्ती हो गए, कई होर जगह चले गए। एक जड़ा मैं जो असिस्टेंट स्टेशन मास्टर सिलेक्ट होया, वो अपना लोको इंजन वो इंजन ड्राइवर जी हाँ वो सिलेक्ट। तो उस वेले एक तो नए वो पार्टीशन हुई सी ते देश नूं विकास की जरूरत सी। उस तो बाद आबादी वधी गई और उस तो बाद की होया कि अपना एक्सपेंशन शुरू हो गई। एक बड़ी बड़ी इंडस्ट्रियां जिदा कि भाखड़ा नंगल बनना पड़ गया, शुरू हो गया। उदों फिर जी हालात सी कि आम जे मैं अनडिवाइडेड पंजाब च देखा, मैं जो अमृतसर गुरदासपुर तो अमृतसर जाते रहे, पहले तो ट्रेन से जाते सी, कई बार साइकिल से जाना। कलर वाली जमीन सी बहुत सारी जमीन उपजाऊ नहीं सी। जिथे चाही जमीन सी, जिथे खूह का पानी लगता सी, जो बाद ट्यूबवैल भी लगन लग पे। 50s मैंने पता मेरे फादर साहब ने मैंने बड़ा मान है कि उन्होंने इस हालात मैंने पाल परवरिश की मेरी। तो उस वेले पहला ट्यूबवैल ला ला के भैनी बांगर कादियां उन्होंने लवाया पहला ट्यूबवैल। 4-5 किलोमीटर बन जाता, मतलब कि उस उपजाऊ धरती सी, नहर का पानी आता। हुण इन्हां सारिया चीज़ां आबादी वधदी गई, नौजवान पढ़ते गए, टैक्नोलॉजी वध गई। तो उन्हां दा उस वेले मैनूं याद है मेरे अपने परिवार दे विचों मेरे कज़न, क्योंकि उन्होंने ब्रिटिश टाइम के अंदर उस वेले राज उन्होंने नौकरी की सी, तो उन्होंने बाहर सदा बगैर किसी प्रॉब्लम तो, बगैर किसी चैनल जोड़े दूजे चैनल मैं कह रहा जिन्हें भी भेजते पे ने बाहर, तो वो उत्थे चले गए, बाद हो गए। इस वेले हालात जोड़े पहुँच चुके हैं, मैं समझदा हाँ नौजवान निराश है। क्यों निराश है? बहुत वड्डी स्थिति जो गुजर रहे हैं। इन्ना पढ़ लिख के मैं कहना असी कोई उस वेले गल ही होंगे फर्स्ट क्लास फर्स्ट, यहो जी गल ही नहीं सी। सैकेंड क्लास फर्स्ट क्लास लई नहीं लई तो भी अप्लाई किया, क्वालिफिकेशन तो नौकरी मिली। हुण कंपीटीशन वधदा जा रहा, जड़ियाँ एक्सपैक्टेशन उम्मीदां बहुत ज़्यादा बड़ियां ने। क्यों? बड़ा पढ़ाई ते खर्च होंदा अजकल। एडमिशन लैनी कोई आसान है? असी 5-7 रुपये दे के असी स्कूल च पढ़ते सी, मेरे फादर साहब फीस दे के। कॉलेज भी कोई खर्चा नहीं सीगा, घरों जाना खास तौर पर उस जगह होए जो हुंदा भी होए। मेरे नाल कई साथी कॉलेज उथे खालसा कॉलेज अमृतसर पढ़ते सी, कोई खर्चा नहीं खास। हुण क्योंकि फिर ट्यूशनां नाल दे इन्ना कुछ हो गया, टैक्नोलॉजी वधी गई, ਉਹਦੇ ਨਾਲ जो कि रोजगार के साथ पैदा होने चाहिए सी वो नहीं होई। सर ਜਦੋਂ ਅਸੀਂ ਜਿਵੇਂ ਤੁਹਾਡਾ ਤਜਰਬਾ ਖਾਸ ਕਰਕੇ ਫੌਜ ਦੇ ਵਿੱਚ ਰਿਹਾ ਹੈਗਾ, ਵਿਦਿਆਰਥੀ ਵਰਗ ਜਿਹੜਾ ਹੁੰਦਾ ਸੀਗਾ ਉਦੋਂ ਚਾਹ ਹੁੰਦਾ ਸੀ ਕਿ ਅਸੀਂ ਬਾਕੀ ਕੰਮ ਛੱਡ ਕੇ ਵੀ ਸਿੱਧੇ ਤੌਰ ਤੇ ਫੌਜ ਦੇ ਵਿੱਚ ਭਰਤੀ ਹੋ ਜਾਂਦੇ ਸੀ। ਅੱਜ ਉਸ ਤਰੀਕੇ ਦੀ ਭਰਤੀ ਦੀ ਜਿਹੜੀ ਪ੍ਰਕਿਰਿਆ ਹੈ ਉਹ ਜਾਂ ਉਸ ਤਰੀਕੇ ਦਾ ਰੁਝਾਨ ਜਿਹੜਾ ਤੁਸੀਂ ਤੁਹਾਡੇ ਆਪਣੇ ਸਮੇਂ ਤੇ ਦੇਖਿਆ ਅੱਜ ਦੇ ਸਮੇਂ ਦੇ ਵਿੱਚ ਨਜ਼ਰ ਨਹੀਂ ਆਉਂਦਾ। ਇਦਾਂ ਤੁਹਾਨੂੰ ਕਿਉਂ ਕਾਰਨ ਕਿਉਂ ਲੱਗਦਾ ਇਦਾਂ? ਉਹਦਾ ਕਾਰਨ ਇਹ ਕਿ ਸਾਡੀ ਨੀਤੀਆਂ ਜਿਹੜੀਆਂ ਨੇ ਉਹ ਕਮਜ਼ੋਰ ਨੇ। ਨੈਸ਼ਨਲ ਪੋਲਿਸੀਜ਼ ਭਰਤੀ ਦੀ ਅਗਰ ਗੱਲ ਕੀਤੀ ਜਾਏ ਉਸ ਵੇਲੇ ਐਕਸਪੈਂਸ਼ਨ ਹੋਈ, ਐਕਸਪੈਂਸ਼ਨ ਉਦੋਂ ਹੋਈ ਹਲੂਣਾ ਉਦੋਂ ਲੱਗਿਆ ਤੇ ਜਦੋਂ ਚੀਨ ਨੇ ਹੱਲਾ ਬੋਲਤਾ,
ਫਿਰ ਪਤਾ ਲੱਗਿਆ ਫੌਜ ਵੱਲ ਧਿਆਨ ਨਹੀਂ ਦਿੱਤਾ ਇਹਨਾਂ ਨੇ ਪਹਿਲੋਂ। ਠੀਕ ਹੈ, ਜੇ ਫੌਜ ਜਿਹੜੀ ਉਸ ਵੇਲੇ ਸਾਡੀ ਆਈ 2/3 ਸਾਡੇ ਕੋਲ ਸੀ, 1/3 ਉਹਦੇ ਚਲੀ ਗਈ। ਉਹਨਾਂ ਨੂੰ ਡੈਮ ਬਣਾਉਣ ਵਾਸਤੇ ਲਾ ਦਿਓ, ਉਹਨਾਂ ਨੂੰ ਬਿਲਡਿੰਗਾਂ ਬਣਾਉਣ ਵਾਸਤੇ ਲਾ ਦਿਓ। ਅਤੇ ਬਾਅਦ ਵਿੱਚ ਜਦੋਂ ਇਹਨਾਂ ਨੂੰ ਲੱਗਿਆ, ਝਟਕਾ ਲੱਗਿਆ, ਫਿਰ ਇਸ ਪਾਸੇ ਨੌਜਵਾਨ ਤੇ ਪਹਿਲਾਂ ਹੀ ਅਸੀਂ ਤੇ ਤਿਆਰ ਸੀਗੇ ਕਿ ਫੌਜ ਦੇ ਜੇ ਇਹ ਜਜ਼ਬਾ ਸੀਗਾ, ਕੌਮੀ ਜਜ਼ਬਾ ਸੀਗਾ, ਮਰ ਮਿਟਣ ਵਾਲਾ ਜਜ਼ਬਾ ਸੀਗਾ। ਸਭ ਤੋਂ ਜ਼ਿਆਦਾ ਕੁਰਬਾਨੀਆਂ ਉਹ ਤੇ ਜੇ ਗੱਲ ਕਰੀਏ ਆਜ਼ਾਦੀ ਤੋਂ ਪਹਿਲਾਂ ਵੀ ਤੇ ਹੁਣ ਤੱਕ ਉਹ ਪੰਜਾਬੀਆਂ ਨੇ ਦਿੱਤੀਆਂ। ਤੇ ਇਹ ਜਿਹੜਾ ਉਹ ਇਸ ਕਰਕੇ ਕੰਪੀਟੀਸ਼ਨ ਸੀਗਾ। ਪਹਿਲੋਂ ਤੇ ਨੌਜਵਾਨ ਜਿਹੜੇ ਸੀ ਰਿਸ਼ਟ ਪੁਸ਼ਟ ਉਹਨਾਂ ਨੂੰ ਤੇ ਆਪਣੇ ਆਪ ਭਰਤੀ ਵਾਸਤੇ ਚੁਣ ਕੇ ਲੈਂਦੇ ਸੀ, ਤੇ ਫਿਰ ਬਾਅਦ 'ਚ ਵੀ ਕਿਉਂਕਿ ਸ਼ਰਤਾਂ ਪੂਰੀਆਂ ਕਰ ਲੈਂਦੇ ਸੀ। ਹੁਣ ਨੌਜਵਾਨ ਭਾਵੇਂ ਭਰਤੀ ਹੋਣਾ ਚਾਹੀਦਾ, ਪਰ ਉਹਨਾਂ ਦੇ ਰੁਝਾਨ ਜਿਹੜੇ ਨੇ ਨਸ਼ਿਆਂ ਵੱਲ ਨੇ, ਔਰ ਬਾਹਰ ਜਾਣ ਵਾਸਤੇ ਬੜਾ ਚਾਅ ਕਿਉਂ ਹੈ? ਕਿਉਂਕਿ ਇੰਨਾ ਪੜ੍ਹ ਲਿਖ ਕੇ ਵੀ ਰੁਜ਼ਗਾਰ ਦੇ ਸਾਧਨ ਜਿੰਨੇ ਹੋਣੇ ਚਾਹੀਦੇ ਨੇ, ਮੈਂ ਸਿਰਫ ਨੌਕਰੀ ਦੀ ਗੱਲ ਨਹੀਂ ਕਰਦਾ ਮਗਰ ਦੂਜੀ ਗੱਲ ਵੀ ਕਰਦਾ ਹਰ ਜਗ੍ਹਾ, ਤੇ ਉਹ ਨਹੀਂ ਹੈਗੇ। ਫੌਜ ਦੇ ਵਿੱਚ ਜਿਹੜੀਆਂ ਨੀਤੀਆਂ ਦੀ ਗੱਲ ਕਰੀਏ, ਫੌਜ ਦੀ ਘਾਟ ਲਗਾਤਾਰ ਬਰਕਰਾਰ ਹੈ। ਅਫਸਰਾਂ ਦੀ ਘਾਟ, ਮੈਂ ਤੇ ਜਦੋਂ ਦਾ ਅਫਸਰ ਉਦੋਂ ਤੋਂ ਕਹਿੰਦੇ ਨੇ ਜੀ 12 13 10 ਤੱਕ ਤੇ ਹਾਲੇ ਵੀ ਚਲੀ ਜਾ ਰਹੀ ਹੈ ਘਾਟ, ਜਦੋਂ ਕਿ ਜ਼ਿੰਮੇਵਾਰੀਆਂ ਫੌਜ ਦੀਆਂ ਵੱਧਦੀਆਂ ਜਾ ਰਹੀਆਂ ਨੇ। ਸਰ ਤੁਸੀਂ ਇੱਕ ਵਾਰੀ ਆਪਣਾ ਲੇਖ ਵੀ ਲਿਖਿਆ ਸੀ ਜਿਹਦੇ ਵਿੱਚ ਖਾਸ ਕਰਕੇ ਜ਼ਿਕਰ ਕੀਤਾ ਸੀਗਾ ਕਿ ਫੌਜ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਭਰਤੀਆਂ ਖਾਲੀ ਪਈਆਂ ਨੇ, ਅਸਾਮੀਆਂ ਖਾਲੀ ਪਈਆਂ ਨੇ ਤੇ ਭਰੀਆਂ ਨਹੀਂ ਜਾ ਰਹੀਆਂ, ਤੇ ਦੇਸ਼ ਦੀ ਸਰਕਾਰ ਵੀ ਨਹੀਂ ਦੇਖ ਰਹੀ। ਖਾਸ ਕਰਕੇ ਜਦੋਂ ਇਦਾਂ ਦੀ ਗੱਲ ਕਰਦੇ ਅਸੀਂ ਭਰਤੀ ਦੀ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ ਇੱਕ ਵੱਡਾ ਤਬਕਾ ਇਦਾਂ ਦਾ ਹੈਗਾ ਜਿਹੜਾ ਫੌਜ ਦੀ ਭਰਤੀ ਤੇ ਨਿਰਭਰ ਕਰਦਾ। ਖਾਸ ਕਰਕੇ ਜਦੋਂ ਅਸੀਂ ਭਰਤੀ ਦੀ ਗੱਲ ਕਰਦੇ ਤਾਂ ਫੌਜ ਦੇ ਵਿੱਚ ਅਕਸਰ ਦੇਖਦੇ ਪੰਜਾਬ ਦੀ ਬਹੁਤ ਜ਼ਿਆਦਾ ਸ਼ਮੂਲੀਅਤ ਰਹਿੰਦੀ ਹੈ, ਤੇ ਉਹ ਲੱਗਦਾ ਕਿ ਉਹ ਭਰਤੀ ਨਾ ਹੋਣਾ ਵੀ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਦਾ ਕਾਰਨ ਬਣਦਾ। ਬਿਲਕੁਲ ਦੋ ਪਹਿਲੂ ਨੇ। ਇੱਕ ਤੇ ਹੈਗਾ ਕਿ ਅਸੀਂ ਗੱਲਾਂ ਕਰਦੇ ਹਾਂ ਕਿ ਸਾਡੀ ਕਾਸਟ ਸਿਸਟਮ ਤੇ ਭਰਤੀ ਨਹੀਂ ਹੋ ਰਹੀ ਪੂਰੀ, ਉਨੀ ਜਿੰਨੀ ਹੋਣੀ ਚਾਹੀਦੀ ਹੈ, ਪਰ ਉਹ ਗੱਲ ਤੇ ਚਲੋ ਪਾਲਿਸੀ ਇਹਨਾਂ ਨੇ ਕਰਤੀ ਆਲ ਇੰਡੀਆ ਰਿਕਰੂਟੇਬਲ ਮੇਲ ਪਾਪੂਲੇਸ਼ਨ, ਤੇ ਉਹ ਉਸ ਹਿਸਾਬ ਨਾਲ ਘਟਦੀ ਗਈ। ਸਾਡੀ 15-20% ਕਰਦਿਆ ਹੁਣ 3 4 5 ਤੱਕ ਰਹਿ ਗਈ ਭਰਤੀ। ਤੇ ਜੋ ਨੌਜਵਾਨ ਜੇ ਕੋਈ ਭਰਤੀ ਹੋਣ ਦੇ ਕਾਬਲ ਹੈਗੇ ਨੇ, ਹੋ ਵੀ ਜਾਂਦੇ ਨੇ, ਤੇ ਵੈਕੈਂਸੀਆਂ ਘੱਟ ਕਿਉਂ? ਕਿਉਂਕਿ ਉਹਦੇ ਵਿੱਚ ਉਹ ਫਿੱਟ ਨਹੀਂ ਹੁੰਦੇ। ਜਵਾਨਾਂ ਦੀ ਗੱਲ ਕਰ ਰਿਹਾ, ਡਿੱਗ ਪੈਂਦੇ ਨੇ। ਫਿਜ਼ੀਕਲ ਟੈਸਟ ਹੁਣ ਤੇ ਬਦਲ ਗਿਆ, ਉਹਦੀ ਗੱਲ ਹੀ ਕਰ ਦਿਆਂਗਾ ਮੈਂ, ਸਿਸਟਮ ਬਦਲ ਗਿਆ। ਮਗਰ ਅਫਸਰ ਦੀ ਮੈਂ ਗੱਲ ਕੀਤੀ ਹੈ, ਬੜਾ ਜਾਇਜ਼ਾ ਲਿਆ, ਮੇਰੇ ਕੋਲ ਫੈਕਟਸ ਐਂਡ ਫਿਗਰਸ ਹੈਗੇ ਨੇ। ਪੰਜਾਬ ਹਿਮਾਚਲ ਹਰਿਆਣਾ ਅਨਡਿਵਾਈਡਡ ਪੰਜਾਬ, ਕਿ ਹੁਣ ਉਹਦੇ ਪਿੱਛੇ ਵੀ ਸਾਡੀ ਘਾਟ ਹੈ, ਕਿਉਂਕਿ ਉਹਦੇ ਵਿੱਚ ਜਾ ਨਹੀਂ ਰਹੇ ਜ਼ਿਆਦਾ ਇਹਨਾਂ ਦੇ ਜਾ ਰਹੇ ਨੇ, ਹਿਮਾਚਲ ਜਾ ਰਹੇ ਨੇ, ਉੱਤਰਾਖੰਡ ਦੇ ਜਾ ਰਹੇ ਨੇ, ਬਿਹਾਰ ਤੋਂ ਚਲੇ ਗਏ, ਯੂਪੀ ਚਲੇ ਗਏ। ਹੁਣ ਨਵੀਂ ਸਕੀਮ ਕੱਢਤੀ ਹੈ ਕਿ ਜਿਹੜੇ ਬੱਚੇ, ਮੈਂ ਤੇ ਪਿੱਛੇ 2 ਸਾਲ ਪਿਛਲੇ ਪਾਸੇ ਮੈਂ ਸ਼ਾਇਦ ਪਹਿਲਾਂ ਗੱਲ ਮੈਂ ਲੇਖ 'ਚ ਵੀ ਲਿਖਿਆ, ਮੈਂ ਜਾ ਕੇ ਦੇਖਿਆ ਜਿਹੜੇ ਲੜਕੇ ਸਿਲੈਕਟ ਵੀ ਹੋ ਗਏ ਸਨ ਫੌਜ ਵਿੱਚ, ਉਹ ਕਰੋਨਾ ਕਰਕੇ ਉਹਨਾਂ ਨੂੰ ਕਾਲਾ ਪਾਊਡਰ ਨਹੀਂ ਆਏ। ਨਿਰਾਸ਼ਾ ਹੈ ਯੂਥ ਦੇ ਅੰਦਰ, ਹਰ ਪੱਖੋਂ ਨਿਰਾਸ਼ਾ ਹੈ। ਮੈਂ ਬਾਹਰ ਦੀ ਵੀ ਗੱਲ ਕਰ ਦਿਆਂਗਾ। ਤੇ ਉਸ ਪਾਸੇ ਉਹਨਾਂ ਨੂੰ ਜਿਹੜੇ ਹੋ ਗਏ ਸਨ ਉਹਨਾਂ ਨੂੰ ਕਾਲਾ ਪਾਊਡਰ ਨਹੀਂ ਆਏ ਕਿਉਂਕਿ ਕਰੋਨਾ ਹੋ ਗਿਆ। ਹੁਣ ਬਾਅਦ 'ਚ ਇਹਨਾਂ ਨੇ ਅਗਨੀਵੀਰ ਸ਼ੁਰੂ ਕਰ ਦਿੱਤੀ, ਜੋ ਕਿ ਮੈਂ ਸਮਝਦਾ ਹਾਂ ਇੱਕ ਨੌਜਵਾਨ ਦੇ ਅੰਦਰ ਫਿਰ ਨਿਰਾਸ਼ਾ ਪਿਆ। ਮੈਂ ਇਸੇ ਦਾ ਜ਼ਿਕਰ ਕਰਨ ਲੱਗਾ ਸੀਗਾ ਕਿ ਇਹ ਅਗਨੀਪਥ ਜਿਹੜੀ ਜੀ ਅਗਨੀਵੀਰ ਜਿਹੜਾ ਜ਼ਿਕਰ ਕੀਤਾ ਗਿਆ ਕਿ ਇੱਕ ਹਿਸਾਬ ਨਾਲ ਠੇਕੇ ਤੇ ਫੌਜ ਦੇ ਵਿੱਚ ਭਰਤੀ, ਤੁਹਾਨੂੰ ਹੈਰਾਨੀ ਹੋਈ ਸੀ ਜਦੋਂ ਇਹ ਸ਼ਬਦ ਸੁਣੇ ਸੀ? ਵੀ ਬਹੁਤ ਵੱਡੀ ਹੈਰਾਨੀ ਹੋਈ। ਮੈਂ ਤੇ ਤੁਹਾਨੂੰ ਇਹੋ ਦੱਸ ਲਗਾ, ਮੈਂ ਤੇ ਇਹਨਾਂ ਦਾ ਕੇਸ ਟੇਕਅਪ ਕਰਦਾ ਰਿਹਾ। ਮੈਂ ਜੋ ਜਾ ਕੇ ਮੇਰੇ ਸਾਹਮਣੇ, ਮੈਨੂੰ ਪਤਾ ਮੇਰੇ ਸਾਹਮਣੇ ਯੂਥ ਖੜੇ ਕਰਤੇ, ਪਿਛਲੇ ਸਾਲ ਦੀ ਗੱਲ ਹੈ, ਜਨਵਰੀ ਫਰਵਰੀ ਦੀ, ਬਲਕਿ ਦਸੰਬਰ 21 ਦੀ। ਤੇ ਸਰਪੰਚ ਨੇ, ਮੈਂ ਗੱਲ ਕਰ ਲਗਾ ਜੇ ਪਰ ਗੱਲ ਕਰਾਂ ਗੁਰਦਾਸਪੁਰ ਜ਼ਿਲ੍ਹੇ ਜਿੱਥੇ ਕਰਕੇ, ਔਰ ਗੁਰਦਾਸਪੁਰ ਤੇ ਅੰਮ੍ਰਿਤਸਰ 2 ਜ਼ਿਲ੍ਹਿਆਂ ਦਾ ਮੈਂ ਜਾਇਜ਼ਾ ਲਿਆ। ਉੱਥੇ ਸਰਪੰਚ ਨੇ ਮੁੰਡੇ ਖੜੇ ਕਰਤੇ, ਯਾਰ ਦੇਖੋ ਇਹ ਤੇ ਸਿਲੈਕਟ ਹੋ ਗਏ ਸੀ, ਇਹਨਾਂ ਨੂੰ ਕਾਲਾ ਪਾਊਡਰ ਨਹੀਂ ਆਏ। ਉਹ ਨਿਰਾਸ਼ਾ ਉਹਨਾਂ ਦੇ ਤੇ ਰਿਸ਼ਤੇ ਨਾਤੇ ਜੋ ਲੋਕੀ ਭੱਜਣ ਲੱਗ ਪਏ। ਮੁੰਡਾ ਫੌਜ 'ਚ ਭਰਤੀ ਹੋ ਗਿਆ, ਫੌਜ 'ਚ ਉੱਥੇ ਸਭ ਕੁਝ ਮਿਲੇਗਾ, ਫੌਜ 'ਚ ਬਾਅਦ 'ਚ ਉੱਥੇ ਕਮਿਸ਼ਨ ਤੇ ਹਾਸਲ ਕਰ ਸਕਦੇ ਨੇ, ਪਲੱਸ ਪੈਨਸ਼ਨ ਮਿਲੇਗੀ। ਇਹ ਸਕੀਮ ਵਿੱਚ ਇਹਨਾਂ ਨੇ ਕਰ ਦਿੱਤੀ। ਇਹ ਜਿਹੜੀ ਸਕੀਮ ਹੈ, ਮੈਂ ਸਮਝਦਾ ਹਾਂ ਇੱਕਦਮ ਜੋ ਕਿ ਉਹ ਬਾਲ ਉੱਠਿਆ ਪੂਰੇ ਹਿੰਦੁਸਤਾਨ ਦੇ ਵਿੱਚ। ਉਹ ਆਪਣੇ ਤੌਰ ਤੇ ਜਿੱਥੇ ਕੋਈ ਨੇਤਾ ਨਹੀਂ, ਕੋਈ ਪੋਲੀਟੀਕਲ ਪਾਰਟੀ ਨਹੀਂ, ਬਾਅਦ ਭਾਵੇਂ ਬਿਆਨਬਾਜ਼ੀ ਹੁੰਦੀ ਰਹੇ, ਬਿਹਾਰ, ਈਸਟਰਨ ਸਟੇਟ, ਸਦਰਨ ਸਟੇਟ, ਜੋ ਕੁਛ ਬਿਹਾਰ 'ਚ ਹੋਇਆ, ਜੋ ਕੋਈ ਯੂਪੀ 'ਚ ਹੋਇਆ, ਗੱਡੀਆਂ, ਉਹ ਕਿਉਂ? ਕਿ ਜਿਹੜੀ ਕੋਈ ਥੋੜ੍ਹੀ ਬਹੁਤੀ ਕਸਰ ਰਹਿ ਗਈ ਸੀ, ਜਿੱਥੇ ਕਿ ਨੌਜਵਾਨ ਫੌਜ ਦੇ ਵਿੱਚ ਸਮਝਦਾ ਸੀਗਾ, ਭਰਤੀ ਹੋਣਾ ਚਾਹੁੰਦਾ ਸੀ, ਜਾ ਕੇ ਜੋ ਆਪਣੇ ਦੇਸ਼ ਦੀ ਖਾਤਰ ਮਦਦ ਜਜ਼ਬਾ ਹੁੰਦਾ ਹੀ ਸੀ, ਹੈ ਵੀ ਹੈ। ਤੇ ਉੱਥੇ ਉਹਨਾਂ ਦੇ ਵਾਸਤੇ ਤੁਸੀਂ ਆਹ ਸਕੀਮ ਕਰਤੀ, 4 ਸਾਲ ਵਾਸਤੇ ਆ ਜਾਓ, ਫਿਰ ਲੈ ਲਓ, ਫਿਰ ਕਰਕੇ 10 ਸਾਲ 15 ਸਾਲ ਤੱਕ ਕਰਕੇ ਤਾਂ ਕਿ ਪੈਨਸ਼ਨ ਨਾ ਦੇਣੀ ਪਏ। ਉਹ ਦੇਖੋ ਉਹਦੇ ਨਾਲ ਮਾੜਾ ਅਸਰ, ਠੀਕ ਹੈ। ਇੱਕ ਤੇ ਹੈ ਹੀ ਹੈ ਕਿ ਨੌਜਵਾਨ ਜਿਹੜਾ ਭਰਤੀ ਹੋ ਰਿਹਾ ਉਹਦੇ ਤੇ ਹੈਗਾ ਹੀ ਹੈਗਾ, ਉਹਦੇ ਪਰਿਵਾਰ ਤੇ ਹੈਗਾ,
ਪੰਜਾਬ 'ਚ ਹਰ ਇੱਕ ਨੇ ਦੂਜੇ ਘਰ 'ਚ ਕੋਈ ਨਾ ਕੋਈ ਇੱਕ ਫੌਜੀ ਹੈਗਾ, ਕੋਈ ਨੌਕਰੀ ਕਰ ਰਿਹਾ, ਨੌਕਰੀ ਕਰ ਰਹੇ, ਕਰਦੇ ਗਏ ਨੇ ਪਰ ਰਿਟਾਇਰਡ ਨੇ। ਉਹਨਾਂ ਦੇ ਮਨੋਬਲ ਦੇ ਉੱਤੇ ਅਸਰ ਪੈ ਰਿਹਾ, ਉਹ ਫਿਰ ਵਿਦੇਸ਼ਾਂ ਨੂੰ ਭੱਜ ਰਹੇ ਨੇ। ਮੈਂ ਇੱਥੇ ਗੱਲ ਕਰਨਾ ਚਾਹੁੰਦਾ ਕਿ ਇਹ ਜਿਹੜੀ ਸਕੀਮ ਹੈ ਇਹਦਾ ਪ੍ਰਭਾਵ, ਮੈਂ ਜਿਵੇਂ ਹੁਣ ਗੱਲ ਕਰਦੇ ਹਾਂ, ਮੈਂ ਆਪਣੇ ਤਰਫੋਂ ਨਹੀਂ ਕਹਿੰਦਾ, ਮੇਰੇ ਪਾਸ ਇਸ ਵੇਲੇ ਅਖਬਾਰ ਫਰੰਟ ਪੇਜ ਤੇ ਛਪੀ ਹੋਈ ਖਬਰ, ਬਿਹਾਰ ਦੇ ਇੱਕ ਮੰਤਰੀ ਨੇ ਬਿਆਨ ਦਿੱਤਾ ਹੈ ਕਿ 10 ਸਾਲਾਂ ਬਾਅਦ ਇਹ ਫੌਜ, मैं बड़ा रिलकटेंटली मैं इस्तेमाल कर रहा, पर वो अखबार च आ चुके कि एक दिन ये हिजड़ियां की फौज होएगी। मैं ये माड़ी गल है वो वालों, मैं समझदा हाँ उन्होंने ये भी नहीं कहना कि वो फौज च ये ठीक है। हुण इस वेले दे फौज च जवान हैगे ने जिहड़े कि भावें गलवान घाटी च होण ते भावें उत्तराखंड च होण जां किते भी होण, इस वेले फौज दे विच जे कोई साडी फौज दे, क्योंकि वैल ट्रेन फौज हैगी है, क्यों एक मंत्री का बयान आया। दूजे पासे हाई कोर्ट ने कहा, दिल्ली हाई कोर्ट ने कहा स्कीम सरकार दी ठीक है, चलनी चाहिए है। उस स्कीमां सारियां सरकार अपने आप ठीक कही जाती है, अपना ढोल वजाई जाती है, उन्होंने वोटां लैणियां ने, पर असल विच जा तो रहे ने, पर उदों बाद की होएगा, उन्हों दा भविख की है। सो ये सारा मुद्दा जिहड़ा इस करके फ्यूचर इज इन डार्क यूथ वास्ते। सर एक पंजाब की जो असीं गल करदे खास करके नशे नूं लैके बड़ी चिंता जाहिर की जाती, तुसीं भी थोड़ा जिहा जिक्र किया कि यूथ दे विच जदों निराशा आउंदी है तां ओह अल्टीमेटली नशे दा रुख करदा हैगा, जां फिर इत्थों ओहदा परिवार नूं बाहर भेज दे तां गल वखरी हैगी, पर इत्थे रह के जदों नौकरी नहीं मिलदी, पढ़ाई कीती हुंदी है तां नशे वल्लां ओह जांदा हैगा। नशे नूं लैके ਤੁਹਾਨੂੰ ਕੀ ਲੱਗਦਾ ਕਿਹੜੇ ਕਾਰਨ ਰਹੇ ਪੰਜਾਬ ਦੇ ਵਿੱਚ, ਖਾਸ ਕਰਕੇ ਕਿ ਸਿਆਸਤਦਾਨਾਂ ਦੀ ਕਮੀ ਰਹੀ ਇਸੇ ਕਰਕੇ ਪੰਜਾਬ 'ਚ ਨਸ਼ਾ ਵਧਿਆ, ਜਾਂ ਫਿਰ ਹੋਰ ਵੀ ਕਈ ਚੀਜ਼ਾਂ ਰਹੀਆਂ ਜਿਹੜੀਆਂ ਨਸ਼ੇ ਦੇ ਪ੍ਰਭਾਵ ਨੂੰ ਜ਼ਿਆਦਾ ਵਧਾਉਣ ਦੇ ਵਿੱਚ ਕਿਤੇ ਨਾ ਕਿਤੇ ਕਾਰਨ ਬਣੀਆਂ? देखो सारियां जिन्नियां भी सियासी पार्टियां ने नशे तो रुझान मैं समझदा शुरू होया 60 जदों कोई अनडिवाइडेड पंजाब होया थोड़ा बहुता शुरू होया, पर जिहड़ी स्थिति अज पहुँच गई है, ठीक है पिंडां 'च ते ठीक है वो पट्ठियां पुट्ठियां चलदियां करते रहे ने, पर इस स्केल च वो तो हो गया दारू वालियां, इस स्केल च ईवन सिंथैटिक नशे जिहड़े आ रहे ने, जिहड़े बनाए जा रहे ने, जिहड़े बाहरों आउंदे ने, बाहरों असीं सारे साडे सियासतदान कही जाते हैं जी पाकिस्तान तो होर बड़े चैनल, गुजरात तो सब तो ज़्यादा नशे जे फड़े गए तो सब तो ज़्यादा गुजरात विच बिल्कुल जिहड़े पोर्ट तो फड़े गए जी वो आए ने। चैनल तो बहुत ने, नेपाल का चैनल है, अफगानिस्तान का चैनल है, और सारे भूटान तो आ जाए चैनल तो बहुत ने। नशियां वाल क्योंकि जदों निराश होएगा जवान उन्होंने कुछ इन्ना कुछ पढ़ लिख भी उन्हें मिलता नहीं, तो फिर वो जां तो इस पासे खुदकशियां वाल जां गैंगस्टरवाद वाल कि फिर लुट कसुट करके हुण किसी तरीके नाल अपना पेट पालना है। हुण उस वास्ते अपने परिवार का भी चिंता बड़ी है, और सरकार दी कमियां पेशियां ने इस पासे कोई नीति नहीं रही, और सिर्फ इदा वादे कर देने ने असी 2-6 महीने साल दे विच असी खत्म कर देंगे, असी कर देंगे नशे खत्म, कोई नहीं कीते। इन्हां दी अपनी मिली भुगत है। मैं समझदा हाँ पॉलिटिशियंस ब्यूरोक्रेट्स किसी हद तक पुलिस इन्हां दी मिली भुगत करके ही ये स्टेज इत्थों तक पहुंची है, क्योंकि जिहड़े तस्करीए ने नशे स्मगलर ने भावें किसी पासे आउण भावें इत्थे बन, वो शाह तो बगैर इन्हां दी शाह तो बगैर ये कुछ नहीं हो सकता। हुण रिपोर्ट कई रिपोर्टां 2-3 देखो कमेटियां बैठियां ने, सिट बैठियां ने, पंजाब की गल कर रहे हैं आपां, हुण हाई कोर्ट को रिपोर्टां पईयां ने, खुलासा होने जाए ना होए कितना दबाव पै रहा, क्योंकि इनवॉल्वमेंट जिहड़ी है मच्छियां तो फड़ लग पे, मगरमच्छ हाले तुरे फिरदे ने, उन्हां नूं फड़दा नहीं, जे फड़िया तो कोई कार्रवाई नहीं हुंदी। इस वास्ते साडे जिहड़े पॉलिटिशियन ने बड़ी हद तक जिम्मेवार ने, जिन्हां ने नौजवान नूं इस पासे भेजिया, और नौजवान निराश हो गए, जिहड़े अच्छे ने बाहर जाना चाहते हैं। मैं एक हरदीप जी इत्थे गल करदे बाहर दी बड़ी इंटरस्टिंग मेरी किताब जिहड़ी मैं लिखी सी पंजाब ते कश्मीर दा राखा जनरल हरबख्श सिंह जदों रिलीज़ हुई, दिल्ली यूनिवर्सिटी रिलीज़ की, वो अपने आप मैंने कोई समागम नहीं किया, उन्होंने बुलाया मैनूं तुहाडी किताब रिलीज़ करनी है, मंत्री उत्थे कैबिनेट मंत्री होंगे, बाकी सारे पहुँच गए, फार्मर चीफ पहुँच गए। मेरी किताब पढ़ के मैनूं टैलीफोन आया कनेडा तो, मैनूं कहंदे ने मैं बराड़ बोलदा, मैं कहंदा ब्रिगेड साहब मैं तुहाड़ियां 200 किताबां खरीद के मैं वंडियां ने, मैं क्या बराड़ साहब दसो कम कर, कहंदे मैं इत्थे पहलों पंजाब सीगा, इत्थे फरीदकोट यूनिवर्सिटी सीगा, हैड ऑफ डिपार्टमेंट फिजिक्स और केमिस्ट्री मैनूं याद नहीं की। मैं कहा दसो हुण की करदे हो, कहंदे सच दसा, मैं दसो, कहंदे मैं ट्रक चलाना, ट्रक ड्राइवर। इन्ना कहंदे हुण कमी पेशी नहीं, मैं तो वंडदा मुफ्त। देखो उत्थे जे कोई वैल्यू हैगी है, तुसीं कोई काम करदे हो
ਹੱਥ ਦਾ ਕੰਮ ਕਰਦੇ। ਦੇਖੋ ਇੱਕ ਹੈਡ ਆਫ ਦੀ ਡਿਪਾਰਟਮੈਂਟ ਤੋਂ ਆਇਆ ਸਿਪਾਹੀ, ਅੱਜ ਕੱਲ੍ਹ ਕਿਉਂ ਭਰ ਰਿਹਾ ਉੱਥੇ, ਕਿਉਂ ਇੱਥੇ ਤੇ ਕੋਈ ਫਿਊਚਰ ਨਹੀਂ ਹੈਗਾ ਇੱਥੇ। ਜੇਕਰ ਹੁਣ ਜੇ ਫੌਜ ਦੇ ਵਿੱਚ ਜਿਹੜੀ ਕਿ ਮੇਨ ਸੀਗੀ ਸਟੇ ਸੀਗੀ ਫੌਜ ਦੇ ਵਿੱਚ, ਜੇ ਉੱਥੇ ਪੈਨਸ਼ਨ ਨਹੀਂ ਮਿਲਦੀ ਉਹ ਤਾਂ ਸਾਡੀ ਕੱਟ ਕਰਨ ਨੂੰ ਪੈਂਦੇ ਨੇ। ਸੁਪਰੀਮ ਕੋਰਟ ਸਾਡੇ ਸਾਈਡ ਤੇ ਵੱਜਿਆ ਔਰ ਉਹ ਤਾਂ ਜਾ ਕੇ ਹੁਣ ਵੀ ਹਾਲੇ ਵੀ ਤੇ ਕਰਦੀ। ਮੈਂ ਪ੍ਰਾਈਮ ਮਿਨਿਸਟਰ ਨੂੰ ਡੀਓ ਲੈਟਰ ਲਿਖਿਆ ਸੀ, ਮੈਂ ਕਿਹਾ ਆ ਜਿਹੜੀ OROP ਨੰਬਰ 2 ਸਕੀਮ ਹੈ ਇਹ ਯੱਕ ਮੁਕਤ ਇੱਕੋ ਰਾਸ਼ੀ ਦਿੱਤੀ ਜਾਏ, ਖਾਸ ਤੌਰ ਤੇ ਸੀਨੀਅਰ ਸਿਟੀਜ਼ਨ ਨੂੰ। ਮੈਂ ਕਿਹਾ 4 ਲੱਖ ਤੇ ਪਹਿਲਾਂ ਹੀ ਪੂਰੇ ਉਹ ਆਪਣਾ ਚੱਲ ਬਸੇ ਨੇ ਤੇ ਇਹ ਕਰ ਨਹੀਂ ਰਹੇ। ਹੁਣ ਸੁਪਰੀਮ ਕੋਰਟ ਨੇ ਲਾਇਆ ਤੇ ਤਾਂ ਭਾਵੇਂ ਹੁਣ ਵੀ ਜਿਹੜੇ 15 ਮਾਰਚ ਤੱਕ ਹਾਲੇ ਤੱਕ ਨਹੀਂ ਏਰੀਆ ਮਿਲੇ। 15 ਮਾਰਚ ਤੱਕ 1 ਵਾਰੀ 2 ਵਾਰੀ 3 ਵਾਰੀ ਸੁਪਰੀਮ ਕੋਰਟ ਦੀ ਵੀ ਗੱਲ ਜੇ ਸਰਕਾਰ ਨਾ ਮੰਨੇ, ਸੰਵਿਧਾਨ ਨੂੰ ਨਾ ਪੁੱਛਣ ਤੇ ਫਿਰ ਕਿੱਡੀ ਬੜੀ ਮਾੜੀ ਗੱਲ ਹੈ। ਤੇ ਮੈਂ ਸਮਝਦਾ ਹਾਂ ਨਸ਼ਿਆਂ ਬਾਰੇ ਤੁਸੀਂ ਸਵਾਲ ਕੀਤਾ, ਇਹਦੇ ਵਿੱਚ ਜੇ ਪਿੰਡ ਜਾ ਕੇ ਵੀ ਦੇਖਿਆ ਮੈਂ ਬੜਾ ਕੁਝ ਇਹ ਜ਼ਿੰਮੇਵਾਰ ਨੇ ਤੇ ਫਿਰ ਕੋਈ ਚੈੱਕ ਨਹੀਂ, ਕੋਈ ਸਿਸਟਮ ਨਹੀਂ। ਇੱਕ ਵੱਡਾ ਸਵਾਲ ਇਹ ਵੀ ਰਹਿੰਦਾ ਕਿ ਫੌਜ ਦਾ ਇੱਕ ਹਿੱਸਾ ਜਿਹਨੂੰ ਆਪਾਂ BSF ਕਹਿ ਦਿੰਦੇ ਆ, ਕਹਿੰਦੇ ਕਿ ਉਹਨਾਂ ਦੇ ਉੱਪਰ ਵੀ ਹਮੇਸ਼ਾ ਸਵਾਲ ਉੱਠਦੇ ਰਹਿੰਦੇ ਨੇ ਨਸ਼ੇ ਨੂੰ ਖਾਸ ਕਰਕੇ। ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਬਾਹਰੋਂ ਆਉਂਦੇ ਆ ਨਸ਼ਾ, ਬਾਹਰਲੇ ਜਿਹੜੇ ਮੁਲਕ ਨੇ ਉਹਨਾਂ ਦੇ ਵੱਲੋਂ ਸਾਜ਼ਿਸ਼ਾਂ ਦੇ ਤਹਿਤ ਭੇਜਿਆ ਜਾਂਦਾ। ਇੱਕ ਜ਼ਿਕਰ ਇਹ ਵੀ ਰਹਿੰਦਾ ਕਿ ਇੱਕ ਆਰਗੇਨਾਈਜ਼ਡ ਕ੍ਰਾਈਮ ਹੈਗਾ, ਇੱਥੇ ਦੇ ਸਿਆਸਤਦਾਨ ਵੀ ਮਿਲੇ ਨੇ। ਜਿਹੜਾ ਫੌਜ ਦੇ ਉੱਪਰ ਜਾਂ BSF ਦੇ ਉੱਪਰ ਸਿੱਧੇ ਤੌਰ ਤੇ ਇੱਕ ਪ੍ਰਸ਼ਨ ਚਿੰਨ੍ਹ ਰਹਿੰਦਾ ਹੈਗਾ, ਤੁਹਾਨੂੰ ਕੀ ਨਜ਼ਰ ਆਇਆ? ਕਿਉਂਕਿ ਤੁਸੀਂ ਵੀ ਗਾਹੇ ਬਗਾਹੇ ਜੁੜੇ ਰਹਿੰਦੇ ਹੋ ਇਹਨਾਂ ਸਾਰੇ ਲੋਕਾਂ ਦੇ ਨਾਲ। ਦੇਖੋ ਗੱਲ ਇਹ ਹਰਦੀਪ ਜੀ, ਟੈਂਪਟੇਸ਼ਨ ਜਿਹੜੀ ਹੈ, ਟੈਂਪਟੇਸ਼ਨ ਇਜ਼ ਐਕਚੁਅਲੀ ਟੈਸਟ ਆਫ ਯੋਰ ਸਟਰੈਂਥ। ਟੈਂਪਟੇਸ਼ਨ ਕੋਈ ਵੀ ਜਿਹੜੀ ਚੀਜ਼ ਜਦੋਂ ਖਾਸ ਤੌਰ ਤੇ ਉਹ ਜੇ ਕੋਈ ਇੱਥੇ ਫ੍ਰੀ ਚ ਮਿਲ ਰਿਹਾ ਔਰ ਖਾਸ ਤੌਰ ਤੇ ਜੇ ਉੱਤੇ ਵਾਲਾ ਦਾ ਕੋਈ ਇਸ਼ਾਰਾ ਹੋਏ, ਉਹਦਾ ਵਿੱਚ ਹੱਥ ਹੋਏ ਤੇ ਉਹ ਕਹਿੰਦਾ ਕੋਈ ਨਹੀਂ। ਜਿਹੜਾ ਬਾਰਡਰ ਦੇ ਉੱਤੇ ਹੁਣ ਪੀਸ ਟਾਈਮ ਦੇ ਉੱਤੇ ਬਾਰਡਰ ਸਿਕਿਉਰਿਟੀ ਫੋਰਸ ਮੈਨੇਜ ਕਰ ਲਈ, ਸਾਡਾ 550 ਕਿਲੋਮੀਟਰ ਦਾ ਬਾਰਡਰ ਹੈਗਾ। ਮੈਂ ਗੱਲ ਕਰ ਲਗਾ ਇਹ ਜਿਹੜਾ ਕਿ ਇੰਟਰਨੈਸ਼ਨਲ ਬਾਰਡਰ IB ਕਹਿੰਦੇ ਨੇ। ਹੁਣ ਉੱਤੇ ਜਿੱਥੇ ਤੇ ਪੋਸਟਾਂ ਨੇ ਹੁਣ ਬੜੇ ਫੜੇ ਵੀ ਗਏ, ਐਕਸ਼ਨ ਵੀ ਹੋਇਆ। ਉਹ ਫਿਰ ਇੰਨਾ ਵੱਡਾ ਨੈਟਵਰਕ ਹੈ ਵਿਦੇਸ਼ਾਂ ਨਾਲ ਜੁੜਿਆ ਹੋਇਆ, ਇੱਥੋਂ ਨਾਲ ਜੁੜਿਆ ਹੋਇਆ, ਜਿਹਦੇ ਵਿੱਚ ਸਿਆਸਤਦਾਨ ਇੱਧਰ ਤੇ ਹੈ ਹੀ ਨਹੀਂ, ਉਹ ਤਾਂ ਪਤਾ ਨਹੀਂ ਕਿੱਥੋਂ ਤੇ ਕਰਨੇ। ਪਰ ਜਿਹੜੇ ਵੱਡੇ ਸਮਗਲਰ ਨੇ ਤੇ ਉਹ ਵਿਦੇਸ਼ਾਂ ਨਾਲ ਜਿਹੜੇ ਜੁੜੇ, ਉੱਥੋਂ ਜਿਹੜੇ ਫਿਰ ਹਿੱਸਾਦਾਰੀ, ਫਿਰ ਉਹਦੇ ਵਿੱਚ ਟੈਂਪਟੇਸ਼ਨ ਜਿੱਦਾਂ ਮੈਂ ਦੱਸਿਆ, ਜਦੋਂ ਕੁਛ ਚੀਜ਼ ਮਿਲਦੀ ਹੋਏ, ਫ੍ਰੀ ਮਿਲਦੀ ਹੋਏ ਤੇ ਉਹ ਕਾਬੂ ਆਉਂਦੇ ਰਹੇ ਇਹ ਤੇ ਹੈ ਹੀ, ਉਹ 'ਚ ਕੋਈ ਸ਼ੱਕ ਹੀ ਨਹੀਂ। ਤੇ ਉਹਦੇ ਵਿੱਚ ਕਈ ਫੜੇ ਗਏ, ਕਈ ਦੇਖੋ ਕਈ ਪੁਲਿਸ ਦੇ ਵਿੱਚ ਸਪੋਰਟਸਮੈਨ ਭਰਤੀ ਹੋ ਕੇ ਉਹ ਵੀ ਇਹ ਕੰਮ ਕਰਦੇ ਰਹੇ। ਕਿਸੇ ਨੂੰ ਗਏ ਜੇਲ੍ਹ ਮਿਲੀ, ਕੋਈ ਛੜਾਤਾ, ਪਹਿਲੋਂ ਫੜਦੇ ਬਾਅਦ ਚ ਨੇ ਛਡਾਉਣ ਵਾਲੇ। ਜਾਣੀ ਕਿ ਆਪਾਂ ਮੰਨ ਲਈਏ ਕਿ ਪੰਜਾਬ ਦੇ ਹਿੱਤ ਪਿੱਛੇ ਹੋ ਜਾਂਦੇ ਆ ਤੇ ਪੈਸਾ ਪ੍ਰਧਾਨ ਹੋ ਜਾਂਦਾ, ਇਸੇ ਕਰਕੇ ਨੁਕਸਾਨ ਹੋ ਰਿਹਾ ਪੰਜਾਬ ਦਾ। ਬਿਲਕੁਲ ਪੈਸਾ ਜਿਹੜਾ, ਕਿਉਂਕਿ ਸ਼ਕਤੀ ਹੈ, ਇੱਕ ਪਾਵਰ ਹੈ, ਇਹ ਕਹਿੰਦੇ ਨੇ ਜੀ। ਹੁਣ ਪਾਵਰ ਫਲੋ ਫਰੋਮ ਦੀ ਬੈਰਲ ਆਫ ਦੀ ਗਨ, ਐਕਚੁਅਲੀ ਪਾਵਰ ਉਹ ਬਾਕੀ ਮੁਲਕ ਕਹਿੰਦੇ ਨੇ, ਹਾਂ ਚਾਈਨਾ ਕਹਿੰਦਾ। ਹੁਣ ਇੱਥੇ ਹੈ ਕਿ ਸਿਆਸਤਦਾਨ ਨੂੰ ਪੈਸਾ ਚਾਹੀਦਾ, ਇਲੈਕਸ਼ਨ ਲੜਨ ਵਾਸਤੇ ਪੈਸਾ ਚਾਹੀਦਾ, ਆਪਣੇ ਬਾਗ ਪਰਿਵਾਰ ਨੂੰ ਉੱਪਰ ਚੱਕਣ ਵਾਸਤੇ। ਉਹਨਾਂ ਨੂੰ ਦੇਸ਼ ਦੀ ਕੋਈ ਚਿੰਤਾ ਨਹੀਂ। ਜੇ ਦੇਸ਼ ਦੀ ਚਿੰਤਾ ਹੋਏ ਤੇ ਆਪਣੇ ਬੱਚਿਆਂ ਨੂੰ ਵੀ ਥੋੜਾ ਪਾਸੇ ਤੁਰਨ, ਤਾਂ ਉਹਨਾਂ ਨੂੰ ਪਤਾ ਲੱਗੇ ਕਿ ਕਿੱਦਾਂ ਸ਼ਹਾਦਤਾਂ ਕਿੱਦਾਂ ਦੇ ਰਹੇ ਨੇ, ਉਹਦੇ ਕੀ ਹਾਲ ਹੈ ਉਹਨਾਂ ਦੇ ਪਰਿਵਾਰਾਂ ਦੀ। ਮੈਂ ਤੇ ਸ਼ਰੇਆਮ ਬੋਲਦਾ, ਮੇਰੇ ਕੋਲ ਤੇ ਡੇਟੇ ਰਹੇ ਨੇ ਜੋ ਕੁਝ ਹੁਣ ਸ਼ਹੀਦ। ਇਹ ਜੇ ਪਾਲਿਸੀ ਹਾਲੇ ਤੱਕ ਕੌਮੀ ਪਾਲਿਸੀ ਹਰਦੀਪ ਜੀ ਨੇ ਜੇ ਬਣੀ ਕਿ ਇਹਨਾਂ ਦਾ ਜਿਹੜੀ ਰੀਹੈਬਿਲਿਟੇਸ਼ਨ ਰੀਸੈਟਲਮੈਂਟ ਜਿਹੜੀ ਪਾਲਿਸੀ ਵਾਜਪਾਈ ਸਾਹਿਬ ਨੇ ਸ਼ੁਰੂ ਕੀਤੀ ਸੀ ਪੰਜਾਬ 'ਚ, ਇਹ ਜਿਹੜੇ ਸ਼ਹੀਦ ਹੋ ਰਹੇ ਉਹਦੇ ਪਰਿਵਾਰ ਸੇ ਬਣੀ। ਉਹ ਤਾਂ ਮੈਂ ਉਦੋਂ ਡਾਇਰੈਕਟਰ ਸੀ, ਉਹਨੂੰ ਪਤਾ ਬਣੀ। ਇਹ ਉਦੋਂ ਨਹੀਂ ਸੀ ਪੂਰੀ ਬੰਦੀ ਦੇਣਾ ਚਾਹੁੰਦੇ ਕਿ ਜੇ ਕਿ ਸਿਰਫ ਕਾਰਗਿਲ ਵਾਸਤੇ ਲਾਗੂ ਰਹੇ, ਬਾਅਦ 'ਚ ਨਹੀਂ। ਇਹ ਤੇ ਮੰਨ ਲਈ ਗੱਲ ਬਾਲ ਸਾਹਿਬ ਨੇ, ਡਾਇਰੈਕਟਰ ਸਾਹਿਬ ਜੋ ਕਹਿੰਦੇ ਨੇ, ਦੇਖ ਲਓ ਕਿ ਭਾਈ ਉੱਥੇ ਅੱਗੋਂ ਵੀ ਕੋਈ ਆਪਰੇਸ਼ਨ ਜਿਹੜਾ ਹੁਣ ਚੱਲ ਰਿਹਾ ਤੇ ਉਹਨੂੰ ਵੀ ਪੈਕੇਜ ਮਿਲਣਾ ਚਾਹੀਦਾ। ਜੇ ਕੋਈ ਸ਼ਹੀਦ ਹੋ ਜਾਵੇ, ਜੇ ਕੋਈ ਸ਼ਹੀਦ ਕਿਸੇ ਵੀ ਬੈਟਲ ਹੁਣ ਇਹ ਲਾਈਨ ਆਫ ਕੰਟਰੋਲ ਜਾਂ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਜੋ ਕੁਝ ਹੋਇਆ, ਪ੍ਰੋਕਸੀ ਵਾਰ ਚੱਲ ਰਹੀ ਹੈ, ਜੇ ਉਹਦੇ 'ਚ ਵੀ ਸ਼ਹੀਦ ਹੋ ਜਾਂਦਾ ਤੇ ਬੈਟਲ ਕੈਜੁਅਲਟੀ ਰਿਪੋਰਟ ਆ ਜੇ ਫੌਜ ਵੱਲੋਂ ਕਿ ਇਹ ਇੱਕ ਲੜਦਿਆਂ ਹੋਇਆ ਸ਼ਹੀਦ ਹੋਇਆ ਜਾਂ ਉਹਨਾਂ ਕੰਡੀਸ਼ਨ ਬੈਟਲ ਕੇ, ਤੇ ਉਹਨੂੰ ਪੈਕੇਜ ਮਿਲਣਾ ਚਾਹੀਦਾ। ਇਹਨਾਂ ਨੇ ਅਪੋਜ਼ ਕੀਤਾ ਸੀ। ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਬਿਊਰੋਕਰੇਟ ਦਾ। ਇਹ ਉਹ 'ਚ ਕੈਪਟਨ ਕਮਲਜੀਤ ਬੈਠੇ ਸੀ ਜਿਹੜੇ ਸਾਥ ਦੇ ਰਹੇ ਸੀ ਮੇਰਾ। ਜਨਮੇਜਾ ਸਿੰਘ ਸੇਖੋਂ ਡਿਫੈਂਸ ਲੁਕਿੰਗ ਆਫਟਰ, ਅਕਾਲੀ ਸਰਕਾਰ ਸੀ ਉਸ ਵੇਲੇ, ਅਕਾਲੀ ਸਰਕਾਰ ਦੇ ਬਾਦਲ ਸਾਹਿਬ ਸੀਗੇ ਮੁੱਖ ਮੰਤਰੀ। ਇਹ ਤੇ ਇਹਨਾਂ ਨੂੰ ਹੁਣ ਗੱਲ ਨਹੀਂ ਕਰਨੀ ਆਉਂਦੀ। ਜਿਹੜੇ ਕੰਮ ਚੰਗੇ ਨੇ, ਦੇਖੋ ਮੈਂ ਤੇ ਹੁਣ ਕਿਸੇ ਸਿਆਸੀ ਪਾਰਟੀ ਨੂੰ, ਪਰ ਜੇ ਕੋਈ ਕੰਮ ਚੰਗਾ ਬਾਜਵਾ ਨੇ ਹੁਣ OROP ਦਵਾਈ ਹੈ, ਸਾਨੂੰ ਪਤਾ 7 ਵਾਰੀ ਕਹਿ ਕੇ ਮੈਂ ਅਸੀਂ ਉਹਦੀ ਗੱਲ ਕਰਨੀ ਹੈ, ਮੇਰੀ ਸਹਾਇਤਾ ਕਰਨੀ। ਬਾਦਲ ਸਾਹਿਬ ਜੀ ਅੱਜ ਕਰਨਾ, ਇਹਨਾਂ ਨੂੰ ਨਹੀਂ ਪਤਾ। 2 ਵੱਡੇ ਕੰਮ ਕਰਵਾਏ ਉੱਥੇ ਪਾਸੇ ਕਿਉਂ ਚੱਲਦਾ ਮੈਂ। ਇੱਕ
ਇਹ ਮੰਨਦੇ ਨਹੀਂ ਸਨ ਬਿਊਰੋਕਰੈਟਸ ਵਿੱਚ। ਹਾਲਾਂਕਿ ਚੀਫ ਸੈਕਟਰੀ ਤੇ ਬਾਲ ਸਾਹਿਬ ਨਾਲ ਥੋੜੀ ਹਾਂ ਹੂੰ ਕਰਨੀ ਪੈਣੀ ਸੀ, ਮਗਰ ਉਹ ਕਹਿਣ ਲੱਗੇ ਜੀ ਦੇ ਦਿਓ, ਸਿਰਫ ਕਾਰਗਿਲ ਵਾਲਿਆਂ ਨੂੰ ਦੇ ਦਿਓ ਤੇ ਬਾਕੀ ਦੀ ਗੱਲਾਂ ਬਾਅਦ 'ਚ ਦੇਖ ਲਾਂਗੇ ਜੇ ਜੰਗ ਹੋਏਗੀ ਤੇ। ਉਹ ਜਦੋਂ ਬਾਲ ਸਾਹਿਬ ਨੂੰ ਸਮਝ ਆ ਗਈ ਕਿ ਇਹ ਗੱਲ ਠੀਕ ਹੈ ਜੋ ਡਾਇਰੈਕਟਰ ਸਾਹਿਬ ਕਹਿ ਰਹੇ ਨੇ, ਮੈਨੂੰ ਟਰੰਕੇਟਡ ਕੈਬਨਿਟ 'ਚ ਕਿੱਥੇ ਡਾਇਰੈਕਟਰ ਹੋ ਸਕਦੇ ਨੇ, ਮੈਂ ਤਾਂ ਉੱਥੇ ਨਾਲ ਬੈਠਾ ਸੀ ਫਾਈਲਾਂ ਲੈ ਕੇ, ਪਰ ਉਹਨਾਂ ਨੇ ਕਿਉਂਕਿ ਮੇਰੇ ਵੱਲ ਗਈ ਸੀ ਪ੍ਰਪੋਜ਼ਲ ਤੇ ਉਹ ਅੱਜ ਵੀ ਲਾਗੂ ਹੈ। ਅੱਜ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਦੇ ਜਾਂ ਕੋਈ ਹੋਰ ਕੈਪਟਨ ਕਹਿ ਦੇ ਜਾਂ ਕੋਈ ਹੋਰ ਕਹਿ ਦੇ ਕਿ ਭਾਈ ਅਸੀਂ 1 ਕਰੋੜ ਦਿੱਤਾ, ਕੋਈ ਸਾਨ ਨਹੀਂ ਕੀਤਾ। ਇਹ ਸਰਕਾਰਾਂ ਪਾਲਿਸੀ ਤੇ ਚੱਲਦੀਆਂ ਨੇ, ਜੇ ਉਸ ਸਮੇਂ ਦੀ ਪਾਲਿਸੀ ਨਾ ਹੁੰਦੀ ਅਸ਼ੋਰਡ ਜਵਾਬ ਦੇਣ ਵਾਲੀ, ਅੱਜ ਗਲਵਾਨ ਘਾਟੀ ਚ ਹੋਏ ਸੀ ਥੋੜੇ ਦਿਨ ਪਹਿਲਾਂ, ਉੱਥੇ ਨਾਇਬ ਸੁਬਦਾ ਐਕਾ ਜੀ ਉਹਦੀ ਮਿਸਿਸ ਇੰਸਪੈਕਟਰ ਲੱਗੀ ਹੈ, ਉਹਨਾਂ ਨੂੰ ਜਦ ਉਹ ਤੇ ਕੋਈ ਟੈਸਟ ਨਹੀਂ, ਕੋਈ ਇੰਟਰਵਿਊ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ, ਤੇ ਇਹ ਤੇ ਐਟੀਟਿਊਡ ਇਹਨਾਂ ਦਾ। ਸਰ ਜਦੋਂ ਤੁਹਾਡੀ ਅਸੀਂ ਗੱਲ ਕਰੀ, ਕਿਉਂਕਿ ਤੁਹਾਡਾ ਲੰਮਾ ਤਜਰਬਾ ਰਿਹਾ, ਤੁਸੀਂ ਪੰਜਾਬ ਦਾ ਉਹ ਦੌਰ ਵੀ ਦੇਖਿਆ ਜਦੋਂ ਪੰਜਾਬ ਇੱਕ ਆਪਾਂ ਕਲੀ ਧੁਰਾ ਬਣਿਆ ਸੀਗਾ, ਹਰੀ ਕ੍ਰਾਂਤੀ ਦੇ ਤੌਰ ਤੇ ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਸੀਗਾ, ਪਰ ਉਸ ਤੋਂ ਬਾਅਦ ਇਦਾਂ ਦੇ ਵੀ ਹਾਲਾਤ ਬਣੇ ਕਿ ਪੰਜਾਬ ਨੂੰ ਬਿਲਕੁਲ ਕੱਟ ਕਰ ਦਿੱਤਾ ਗਿਆ, ਦਰਕਨਾਰ ਕਰ ਦਿੱਤਾ ਗਿਆ। ਉਹ ਅਸੀਂ 2-3 ਮੂਵਮੈਂਟਾਂ ਦੀ ਗੱਲ ਕਰ ਲਈਏ, ਜਿਹਦੇ ਵਿੱਚ ਫਿਰ ਨਕਸਲਾਈਟ ਮੂਵਮੈਂਟ ਦਾ ਜ਼ਿਕਰ ਆਉਂਦਾ, ਫਿਰ 1984 ਦੀ ਪੂਰੇ ਵਾਕਿਆ ਦਾ ਜ਼ਿਕਰ ਆਉਂਦਾ, ਤੇ ਫਿਰ ਇੱਕ ਨਸ਼ੇ ਦਾ ਦੌਰ ਆਉਂਦਾ, ਫਿਰ ਇੱਕ ਹੁਣ ਵਿਦੇਸ਼ਾਂ ਵੱਲ ਜਾਣ ਦਾ। ਜਾਣੀ ਕਿ ਮੰਨ ਲਈ ਕਿ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਤਰੀਕੇ ਪੰਜਾਬ ਦਾ ਯੂਥ ਖਾਸ ਕਰਕੇ ਉਹਨੂੰ ਟਾਰਗੇਟ ਕੀਤਾ ਜਾਂਦਾ। ਉਸ ਵਿੱਚ ਜਿਹੜੀ ਹਰੀ ਕ੍ਰਾਂਤੀ ਆਂਦੀ ਉਹ ਮੈਂ ਅੱਗੇ ਕੀਤਾ ਸੀ, ਕਲਰ ਵਾਲੀ ਜ਼ਮੀਨ ਸੀ ਉਹਦੇ ਵਿੱਚ ਦੇਖੀ ਹੈ ਮੈਂ ਖੁਦ, ਕਲਰ ਵਾਲੀ ਜਿਹੜੀ ਕਿ ਹਰਿਆਵਲ, ਕਿਉਂਕਿ ਰਿਸਰਚ ਹੋਈ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਸੀ ਤੇ ਆਬਾਦ ਹੋਣੀ ਸ਼ੁਰੂ ਹੋ ਗਈ, ਵਿਕਾਸ ਹੋਣਾ ਸ਼ੁਰੂ ਹੋ ਗਿਆ, ਪੈਸੇ ਆਉਣੇ ਚਾਹੇ ਸ਼ੁਰੂ ਹੋ ਗਏ। ਹੁਣ ਕੀ ਹੈ, ਹੁਣ ਤੇ ਜਿਹੜੇ 4 ਪੈਸੇ ਆਉਂਦੇ ਨੇ ਜਾਂ ਲੋਨ ਲੈ ਕੇ ਵੀ ਤੇ ਸ਼ਾਦੀਆਂ ਸ਼ੁਦੀਆਂ ਕਰਕੇ ਉਹ ਕਰ ਦਿੰਦੇ ਨੇ। ਇਸ ਵੇਲੇ ਯੂਥ ਪਰੇਸ਼ਾਨ ਸਿਰਫ ਉਸ ਗੱਲੋਂ ਨਹੀਂ ਹੈ, ਜਾਂ ਉਹਨਾਂ ਦੇ ਮਾਪੇ ਸਾਰੇ ਨਸ਼ੇ ਨਹੀਂ ਕਰਦੇ, ਇਹ ਕਈ ਜਾਈ ਐਵੇਂ ਸਾਰੇ ਯੂਥ ਨੂੰ ਬਰਬਾਦ ਕਰਦੇ ਨੇ, ਹੈਗੇ ਨੇ ਲੜਕੀਆਂ ਵੀ ਹੋ ਰਹੀਆਂ ਨੇ, ਮਗਰ ਇਹ ਕਹਿੰਦੇ ਸਾਰੇ ਜਿਹੜੇ ਕਿ ਆਪਣਾ ਪੜ੍ਹ ਲਿਖ ਕਰਕੇ ਜਿਹਨਾਂ ਨੂੰ ਇਸ ਪਾਸੇ ਇਸ ਵੇਲੇ ਪਰੇਸ਼ਾਨ ਨੇ। ਮੈਂ ਬਤਾऊं ਇੱਕ ਜੇ ਕਾਰਨ, ਚਲੋ ਇਸ ਤੋਂ ਬਾਅਦ ਅਸੀਂ ਇਸ ਤੋਂ ਇਲਾਵਾ ਜੇ ਇਸ ਵੇਲੇ ਉਹ ਡਾਰੇ 84 ਦੀ ਗੱਲ ਕੀਤੀ ਹੈ, ਜੇਕਰ 84 ਚ ਮੁੰਡੇ ਕਈ ਅਜਾਨ ਮੁੰਡੇ ਜਿਹਨਾਂ ਦੀ ਕੋਈ ਕਸੂਰ ਨਹੀਂ ਸੀ ਫੜ ਕੇ ਉਹ ਮਾਰੇ ਗਏ, ਅੱਜ ਵੀ ਡਰੇ। ਪ੍ਰਦੀਪ ਜੀ ਜੇ ਕੱਲ ਨੂੰ ਕਿਤੇ ਰਾਸ਼ਟਰਪਤੀ ਸ਼ਾਸਨ ਚਾਲੂ ਕਰਦਾ ਹੈ ਤੇ ਨੌਜਵਾਨ ਨੂੰ ਡਰ ਹੈ ਕਿ ਸਾਡੇ ਜਿਹੜੇ ਕਿ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹ ਫੜ ਕੇ ਇਹਨਾਂ ਛੱਡਣਾ ਨਹੀਂ ਜੇ। ਇਸ ਵਾਸਤੇ ਵੀ ਇਹ ਵੀ ਇੱਕ ਕਾਰਨ ਹੈ ਕਿ ਬਾਹਰ ਜਾ ਰਹੇ ਨੇ। ਫਿਰ ਕੁਛ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਕਿ ਚੰਗੇ ਭਲੇ, ਜਿਹੜੇ ਕਿ ਚੰਗੇ ਘਰਾਂ ਦੇ, ਜਿਹੜਿਆਂ ਦੇ ਕੋਈ ਨਸ਼ਿਆਂ ਦਾ ਇਫੈਕਟ ਨਹੀਂ ਹੈਗਾ, ਅੱਛਾ ਉਹਨਾਂ ਪਤਾ ਆਪਣੇ ਬੱਚਿਆਂ ਨੂੰ ਕਿਉਂ ਭੇਜਦੇ ਨੇ, ਕਿਉਂਕਿ ਬੱਚੇ ਗੈਂਗਸਟਰਵਾਦ ਵੱਲ ਨਾ ਚਲੇ ਜਾਣ, ਕਿਉਂਕਿ ਬੱਚੇ ਨਸ਼ਿਆਂ ਵੱਲ ਨਾ ਚਲੇ ਜਾਣ, ਬੇਵਿਕਾਰਾਂ ਵੱਲ ਨਾ ਚਲੇ ਜਾਣ, ਔਰ ਬੱਚਿਆਂ ਨੂੰ ਚੰਗੇ ਘਰਾਂ 'ਚ ਸ਼ਾਦੀਆਂ ਹੋਣ। ਇਸ ਵਾਸਤੇ ਇਹ ਸਾਰਾ ਇੰਪੈਕਟ ਹੋਏਗਾ। ਇਹ ਜੋ ਕੁਛ ਉਹ ਵਾਪਰਿਆ ਤੇ ਉਹਦੀਆਂ ਘਟਨਾਵਾਂ, ਇਸ ਵਾਸਤੇ ਇਹ ਵੀ ਇੱਕ ਕਾਰਨ ਹੈ। ਦੂਜੀ ਗੱਲ, ਜਦੋਂ ਮਿਹਨਤ ਕਰਨੀ ਉੱਥੇ ਅਫਜ਼ਾਨਾ ਮਿਲਦਾ ਤੇ ਆਪਣੇ ਕਿਉਂ ਨਹੀਂ, ਕੋਈ ਪਾਲਿਸੀ ਨਹੀਂ, ਕੋਈ ਬੇਰੁਜ਼ਗਾਰੀ ਆਦਿ, ਮਹਿੰਗਾਈ ਆਦਿ ਕਰ, ਠੀਕ ਹੈ ਤੁਸੀਂ ਗੈਸ ਕਨੈਕਸ਼ਨ ਦੇਣੇ ਸ਼ੁਰੂ ਕਰਤੇ, ਕੱਲ ਹੀ ਹਲੇ 50 ਰੁਪਏ ਵਧਦੇ ਨੇ, ਤੇ ਕੋਈ ਹਾਲਤ ਹੈ ਕੋਈ ਕਿਸੇ ਦੀ ਕੋਈ ਉਨੀ ਇਨਕਮ ਨਹੀਂ ਹੈਗੀ। ਹਾਂ ਜਿਹੜੇ ਥੋੜੇ ਪੱਧਰ ਦੇ ਨੇ 2-4% ਉਹ ਤੇ ਉੱਤੇ ਚਲੇ ਗਏ, ਮਿਡਲ ਕਲਾਸ ਥੋੜੇ ਜਿਹਾ ਉਹਨਾਂ ਨੂੰ ਥੱਲੇ, ਮਿਡਲ ਕਲਾਸ ਤੇ ਕਿਤੇ ਵੀ ਨਹੀਂ, ਮਿਡਲ ਕਲਾਸ ਦੇ ਵਿੱਚੇ ਮਾਰੇ ਗਏ ਵਿਚਾਰੇ। ਜਿਹੜੇ ਥੱਲੇ ਵਾਲੇ ਨੇ, ਜਿਹੜੇ ਬਿਲੋ ਪਾਵਰਟੀ ਲਾਈਨ, ਉਹਨਾਂ ਨੂੰ ਮਾੜਾ ਮੋਟਾ ਦੇ ਕੇ ਦਾਣਾ ਪਾਣੀ ਦੇ ਕੇ ਉਹ ਕੰਮ ਕਿੱਥੇ ਕਰਨਗੇ? ਫਿਰ ਦਾਣਾ ਪਾਣੀ ਦੇ ਕੇ ਉਹਨਾਂ ਨੂੰ ਰਾਸ਼ਨ ਪਾਣੀ ਮਿਲਦਾ ਤੇ ਉਹਨਾਂ ਨੂੰ ਇਹੋ ਜਿਹੀਆਂ ਬਸ ਵੋਟਾਂ ਵਾਸਤੇ ਉਹਨਾਂ ਨੂੰ ਉਭਾਰਨਾ, ਬਸ ਲੈਣੀਆਂ ਵੋਟਾਂ। ਸਰ ਮੰਨ ਲਈ ਕਿ ਸਰਕਾਰਾਂ ਦੀ ਪਾਲਿਸੀ ਇਸ ਵੇਲੇ ਇਹ ਹੋ ਚੁੱਕੀ, ਖਾਸ ਕਰਕੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ, ਕਿ ਲੋਕਾਂ ਨੂੰ ਆਪਣੇ ਟੁਕੜਿਆਂ ਤੇ ਪਾਲਣਾ ਚਾਹੁੰਦੀ ਹੈ ਸਰਕਾਰ। ਲੋਕਾਂ ਨੂੰ ਗੱਲ ਇਹ ਵੇ ਕਿ ਮੱਛੀ ਫੜਨਾ ਸਿਖਾਉਣਾ ਚਾਹੁੰਦਾ, ਮੱਛੀ ਖਾਣਾ ਨਹੀਂ ਚਾਹੀਦਾ। ਤੇ ਇਹ ਕੀ ਕਰ ਰਹੇ ਨੇ, ਡਿਵਾਈਡ ਐਂਡ ਰੂਲ ਜੋ ਬ੍ਰਿਟਿਸ਼ ਨੇ ਕੀਤਾ ਸੀ, ਉਹਨਾਂ ਨੇ ਕਿਸੇ ਹੋਰ ਪੱਧਰ ਕੀਤਾ, ਇਹਨਾਂ ਨੇ ਆਪਣੇ ਧਰਮ ਪ੍ਰਭਾਵਕ। ਇੱਕ ਅਫਸੋਸ ਦੀ ਗੱਲ ਹੈ ਕਿ ਇਹਦਾ ਅਸਰ ਇਹ ਹੋ ਰਿਹਾ ਕਿ ਇਹ ਸਾਡੀ ਸੋਸ਼ਲਿਸਟਿਕ ਪੈਟਰਨ ਆਫ ਸੁਸਾਇਟੀ, ਜਿਹੜੀ ਕਿ ਸਾਰੇ ਧਰਮ ਸਰਬ ਸਾਂਝੇ ਨੇ, ਸਾਰੀਆਂ ਪੱਖਾਂ, ਸਾਰੇ ਜਿਹੜੇ ਵੀ ਨੇ ਕਿਸੇ ਨਾਲ ਸਮਾਜ ਨਾਲ ਹੋਣ, ਕਿਸੇ ਨਾਲ, ਤੇ ਉਹਨਾਂ ਨੂੰ ਬਰਾਬਰਤਾ ਦਾ ਹੋਣਾ ਚਾਹੀਦਾ। ਜੇ ਉਹਨੂੰ ਨਖੇੜਦੇ ਜਾਓਗੇ ਤੁਸੀਂ ਆਸਤਾ ਉਹਦਾ ਪ੍ਰਭਾਵ ਪਏਗਾ। ਇਹ ਬਹੁਤ ਵੱਡਾ ਪ੍ਰਭਾਵ ਅਸਰ ਪੈ ਰਿਹਾ ਕਿ ਅਸੀਂ ਡਿਵਾਈਡ ਐਂਡ ਰੂਲ ਉਹਨਾਂ ਨੇ ਕਿਸੇ ਹੋਰ ਤਰੀਕੇ ਨਾਲ ਕੀਤੀ, ਤੁਸੀਂ ਆਪਣੀ ਕਰੀ ਜਾ ਰਹੇ ਹੋ। ਕਿਉਂ ਰਾਜ ਭਾਗ ਚਾਹੀਦਾ, ਰਾਜ ਭਾਗ ਕਿਸੇ ਨੂੰ ਆਪਣੇ ਵਾਸਤੇ ਨਹੀਂ ਤੇ ਕਿਸੇ ਨੂੰ ਪਾਰਟੀ ਵਾਸਤੇ ਚਾਹੀਦਾ। ਜੇ ਕੋਈ ਆਪਣੇ ਵਾਸਤੇ ਮੰਨ ਲਿਆ ਜਾਏ, ਕਹਿੰਦਾ ਮੈਨੂੰ ਤੇ ਕੋਈ ਪਰਿਵਾਰ ਨਹੀਂ ਹੈਗਾ, ਮੈਨੂੰ ਤੇ ਕੋਈ ਲੋੜ। ਸਰ ਜਦੋਂ ਆਪਾਂ 1984 ਦਾ ਜ਼ਿਕਰ ਕੀਤਾ ਸੀ, ਮੈਨੂੰ ਇਹ ਵੀ ਸੀਗਾ ਕਿ ਤੁਹਾਡੇ ਤੋਂ ਇਹ ਵੀ ਜ਼ਰੂਰ ਜਾਣਨਾ ਚਾਹਾਂਗਾ, ਕਿਉਂਕਿ ਤੁਸੀਂ ਉਹ ਸਮਾਂ ਨੇੜਿਓਂ ਦੇਖਿਆ ਹੈਗਾ, ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਦੀਆਂ ਹੋਣੀਆਂ।
ਚਾਹੇ ਕਿਉਂਕਿ ਤੁਸੀਂ ਵੱਡੀਆਂ ਪੋਸਟਾਂ ਤੇ ਵੀ ਰਹੇ ਹੋ ਤੇ ਗਾਹੇ ਬਗਾਏ ਖਬਰਾਂ ਪਹੁੰਚਦੀਆਂ ਨੇ ਤੁਹਾਡੇ ਤੱਕ, ਸੀਨੀਅਰ ਅਫਸਰਾਂ ਤੱਕ ਵੀ ਪਹੁੰਚਦੀਆਂ ਨੇ, ਲੱਗਿਆ ਕਿ ਉੱਥੇ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਕੀਤੀਆਂ ਗਈਆਂ ਜਾਣਬੁੱਝ ਕੇ ਜਿਹੜੀਆਂ ਪੰਜਾਬ ਦੇ ਉਲਟ ਚੱਲ ਗਈਆਂ, ਜਾਂ ਬਹੁਤ ਸਾਰੇ ਫੈਸਲੇ ਉਸੇ ਦੌਰ ਦੇ ਦੌਰਾਨ 1980s ਦੀ ਗੱਲ ਕਰੀਏ, 90s ਦੀ ਗੱਲ ਕਰੀਏ, ਕਿ ਇਦਾਂ ਦੇ ਕੋਈ ਫੈਸਲੇ ਹੋਏ ਜਿਹੜੇ ਪੰਜਾਬ ਦੇ ਖਿਲਾਫ ਚੱਲ ਗਏ ਤੇ ਇਸੇ ਕਰਕੇ ਪੰਜਾਬੀ ਨਾ ਹਾਲਾਤਾਂ 'ਚ ਪਹੁੰਚਿਆ ਇਸ ਵੇਲੇ? ਦੇਖੋ ਇਹ ਤੇ ਬੜੀ ਵੱਡੀ ਗੁੱਝੀ ਜਿਹੀ ਮੈਂ ਸਮਝਦਾ ਚਾਲ ਹੈ ਕਿ ਇੱਕ ਪੰਜਾਬੀ ਸੂਬੇ ਦੀ ਲਹਿਰ ਚੱਲੀ ਜਦੋਂ, ਉਦੋਂ ਵੀ ਪੰਜਾਬੀਆਂ ਦੇ ਖਿਲਾਫ ਇਹ ਚੀਜ਼ ਜਿਹੜੇ ਨਹੀਂ ਸੀ ਵੀ ਹੈ। ਦੂਜੀ ਗੱਲ ਜਿਹੜਾ ਕਿ ਯੂਥ ਉਸ ਵੇਲੇ ਪ੍ਰਭਾਵਿਤ ਹੋਇਆ ਆਸਤਾ ਆਸਤਾ, ਕਿਉਂਕਿ ਇਹ ਮਾੜੀਆਂ ਨੀਤੀਆਂ ਜਿਹੜੀਆਂ ਨਾ, ਜਿੱਦਾਂ ਕਿ ਸਾਡੀ ਰਿਪਰੈਜ਼ੈਂਟੇਸ਼ਨ ਦੀ ਸਿਵਲ ਸਰਵਿਸਿਜ਼ ਜੇ ਉੱਤੇ ਲੈਵਲ ਦੀ ਗੱਲ ਕਰੀਏ ਬਹੁਤ ਜ਼ਿਆਦਾ ਸੀ ਬਾਕੀ ਸੂਬਿਆਂ ਦੇ ਵਿੱਚ ਵੀ, ਉਹਦੇ ਕੰਪੀਟੀਸ਼ਨ ਦੇ ਲੈਵਲ ਤੇ। ਮੈਂ ਸਿਵਲ ਸਰਵਿਸ ਦੀ ਗੱਲ ਕਰਦਾ, IAS IPS ਵਗੈਰਾ ਵਗੈਰਾ, ਮਗਰ ਬਾਕੀਆਂ ਜਿਹੜੀਆਂ ਵੈਕੈਂਸੀਆਂ, ਰੇਲਵੇ ਹੋ ਗਈ, ਪੋਸਟ ਆਫਿਸ ਹੋ ਗਈ, ਸਾਨੂੰ ਪਤਾ ਹੀ ਨਹੀਂ ਲੱਗਿਆ ਕਈ ਚੀਜ਼ਾਂ ਜਿਹੜੀਆਂ ਨੇ। ਰਿਜ਼ਰਵੇਸ਼ਨ ਪਾਲਿਸੀ ਹੈ, ਰਿਜ਼ਰਵੇਸ਼ਨ ਪਾਲਿਸੀ ਜਿਹੜੀ ਹੈ ਉਹ ਜਿਹੜੀ ਇਹਨਾਂ ਨੇ ਬਣਾਈ ਹੈ ਉਹਦੇ ਮੁਤਾਬਕ ਆਰ ਵੀ ਰੀਅਲੀ ਅਸੀਂ ਕਰ ਰਹੇ ਹਾਂ। ਮੈਂ ਅਗਰ ਰਿਜ਼ਰਵੇਸ਼ਨ ਪਾਲਿਸੀ ਫੌਜ ਦੀ ਗੱਲ ਕਰਾਂ, ਕਿਤੇ 10% ਕਿਤੇ 20% ਫੌਜ ਦੀ ਰਿਜ਼ਰਵੇਸ਼ਨ ਹੈ ਸੈਂਟਰਲ ਗਵਰਨਮੈਂਟ 'ਚ, ਬੈਂਕਾਂ 'ਚ, ਰੇਲਵੇ 'ਚ। ਪੰਜਾਬ 'ਚ 13% ਹੈ ਕਿ ਇਹਨਾਂ ਨੇ ਲਾਗੂ ਕੀਤੀ। ਮੇਰੇ ਪਾਸ ਮੈਂ ਇੱਥੇ ਜਦੋਂ ਡਾਇਰੈਕਟਰ ਸੀ ਉਦੋਂ ਬਾਅਦ ਹੀ ਮੇਰੇ ਕੋਲ ਹੁਣ ਡੇਟੇ ਨੇ। ਮੈਂ ਤੇ ਚਿੱਠੀਆਂ ਓਪਨ ਲੈਟਰ ਟੂ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਲਿਖਦਾ ਰਿਹਾ ਬਾਅਦ 'ਚ, ਅੱਡੀ ਵੱਡੀ ਲਿਖਿਆ। ਮੈਂ ਉੱਥੇ ਚੈਲੰਜ ਕੀਤਾ, ਮੈਂ ਕਿਹਾ ਤੁਸੀਂ ਉੱਥੇ ਅੰਮ੍ਰਿਤਸਰ ਡੈਕਲੇਰੇਸ਼ਨ 'ਚ ਕਿਹਾ ਜਿਹੜੇ ਚੰਗੇ ਪੁਆਇੰਟ ਨੇ ਉਹ ਵੀ ਕਰਨੇ ਨੇ, ਜਿਹੜੇ ਮਾੜੇ ਪੁਆਇੰਟ ਜਿਹੜਾ ਪ੍ਰਭਾਵ ਪੈਂਦਾ ਨੌਜਵਾਨ ਦੇ ਉੱਤੇ। ਤੁਸੀਂ ਨੌਜਵਾਨ ਰਿਟਾਇਰ 13% ਰਿਜ਼ਰਵੇਸ਼ਨ ਹੈ। ਇਹਨਾਂ ਨੇ, ਮੈਂ ਪ੍ਰੈਸ ਉਦੋਂ ਕਰਦਾ ਰਿਹਾ ਕਾਨਫਰੰਸ ਬਿਊਰੋਕਰੈਟਸ ਵਿੱਚ ਬੁਲਾ ਕੇ, ਇਹਨਾਂ ਨੇ ਕਰਕੇ ਮੈਨੂੰ ਉਹ ਦਿੱਤਾ ਸੀ, ਦੇਖੋ ਕੀ ਗੱਲ ਹੈ। ਤੇ ਉਹ ਜਿਹੜੀਆਂ ਵੈਕੈਂਸੀਆਂ ਨੇ 13% ਜੇ 4% ਸਿਰਫ ਹੈਗੀਆਂ ਨੇ, ਮੈਂ ਡੇਟੇ ਦਿੱਤੇ ਸੀਗੇ, ਤੇ ਤੁਸੀਂ ਕਹਿੰਦੇ ਹੋ ਕਿ ਅਸੀਂ 1 ਸਾਲ 'ਚ ਪੂਰੀਆਂ ਕਰ ਦਿਆਂਗੇ। ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਮੈਂ ਐਲਾਨ ਕੀਤਾ ਸੀ, ਮੈਂ ਕਿਹਾ ਜੇਕਰ ਇਹ ਅਖਬਾਰ 'ਚ ਮੇਰਾ ਲੇਖ ਵੀ ਛਪਿਆ ਸੀ, ਜੇ ਬਾਦਲ ਸਾਹਿਬ ਕਹਿੰਦੇ 1 ਸਾਲ, ਮੈਂ ਇਹਨਾਂ ਨੂੰ 2 ਸਾਲ ਦਾ ਸਮਾਂ ਦੇਣਾ, ਜੇ ਦੇ ਦੇਣਗੇ ਤੇ ਮੈਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਪ੍ਰਣ ਕਰਦਾ, ਮੈਂ ਆਪਣਾ ਗ੍ਰਸਤੀ ਜੀਵਨ ਤਿਆਗ ਕੇ ਮੈਂ ਵੀ ਬ੍ਰਿਗੇਡੀਅਰ ਬਣ ਕੇ ਬਾਬਾ ਬਣ ਕੇ ਬਹਿ ਜਾਵਾਂਗਾ ਇੱਥੇ। ਜੇ ਕਰੇ ਕਰਦੇ ਨਹੀਂ ਹੋਇਆ, ਉਹ 4% ਰਿਜ਼ਰਵੇਸ਼ਨ ਕਹਿੰਦੇ ਪ੍ਰਾਈਵੇਟ ਨੌਕਰੀ ਦੀ ਕੋਈ ਉਹ ਗੱਲ ਕਰਦੇ ਨੇ, ਸਰਕਾਰੀ ਨੌਕਰੀ ਦੀ ਰਿਜ਼ਰਵੇਸ਼ਨ ਜੇ ਪਟਵਾਰੀ ਹੋਣਾ, ਜੇ ਮੈਂ ਸਿਵਲ, ਮੈਂ IAS ਉਸ ਲੈਵਲ ਦੀ ਗੱਲ ਨਹੀਂ ਕਰਦਾ, ਮੈਂ ਦਰਜਾ ਥੱਲੇ ਵਾਲੇ ਪੰਜਾਬ ਸਟੇਟ ਪੁਲਿਸ ਦੀ ਗੱਲ ਕਰ ਲਓ, ਜਾਂ ਬਾਕੀ BSF ਦਾ ਦੂਜਾ ਉੱਥੇ ਹੈਗਾ ਉਹ ਸੈਂਟਰ ਕੋਲ ਉਹ ਹੀ ਨਹੀਂ ਹੈਗਾ, ਉਹ ਨਾ ਕੋਈ ਇਹਨਾਂ ਦੀ ਆਵਾਜ਼ ਚੁੱਕਦਾ। ਇਹ ਸਾਡੇ ਮੰਤਰੀ ਤੇ ਸੰਤਰੀ ਤੇ ਜਿਹੜੇ ਵੀ ਹੈਗੇ ਨੇ, ਇਹ ਕਿਉਂ ਨਹੀਂ ਪਾਰਲੀਮੈਂਟ 'ਚ ਉਠਾਉਂਦੇ? ਜਾ ਕੇ ਗੁਲਦਸਤੇ ਦਿੰਦੇ ਰਹੇ ਨੇ। ਉੱਥੇ ਕੋਈ ਵੀ ਸਰਕਾਰ ਹੋਵੇ, ਮੈਂ ਕਿਸੇ ਦੀ ਭਾਵੇਂ SAD ਹੋਵੇ, ਕਾਂਗਰਸ ਹੋਵੇ, BJP ਦੀ ਹੋਵੇ, ਕੋਈ ਵੀ ਹੋਵੇ, ਉੱਥੇ ਜਾਂਦੇ ਰਹੇ ਨੇ। ਕਦੀ ਇਹਨਾਂ ਨੇ ਗੱਲ ਕੀਤੀ? ਕਿਸੇ ਨੇ ਗੱਲ ਕੀਤੀ ਕਿ ਰਿਜ਼ਰਵੇਸ਼ਨ ਹਾਂਜੀ ਕੋਟਾ ਪੂਰਾ ਕਰ ਦਿਓ ਜੀ, ਕੋਟਾ। ਭਾਈ ਤੁਸੀਂ ਗੱਲ ਕਰੋ। ਇੱਕ ਬਾਈ ਦਾ ਲਾਲ ਮੈਂ ਸਮਝਿਆ ਜੇ ਇਹਨਾਂ ਨੇ ਆਧਾਰ ਕੀਤੀ ਤੱਥਾਂ ਦੇ ਆਧਾਰ ਤੇ, ਉਹ ਪ੍ਰਤਾਪ ਸਿੰਘ ਬਾਜਵਾ ਸੀ ਜਿਹਨੂੰ 7 ਵਾਰੀ ਪਾਰਲੀਮੈਂਟ 'ਚ ਉਹਨੂੰ ਬਰੀਫ ਕਰਦੇ ਰਹੇ ਸੀ। ਇਹ ਨਹੀਂ ਕਿਹਾ ਉਹਨੇ ਜਥੇਦਾਰਾਂ ਵਾਂਗੂ ਦੇ ਦਿਓ ਜੀ, ਦੇ ਦਿਓ ਫੌਜੀਆਂ ਨੂੰ। ਕਿਉਂ ਦਿਓ? ਉਹ ਆਰੋਪੀ ਪਹਿਲੀ ਵਾਲੀ ਉਹਨੇ ਕਰਵਾਈ, ਉਹਨੇ ਮੀਟਿੰਗਾਂ ਕਰਵਾਈਆਂ, ਸਾਡੀਆਂ ਮੀਟਿੰਗਾਂ ਕਰੇ, ਰਾਹੁਲ ਗਾਂਧੀ ਮੀਟਿੰਗਾਂ ਕਰੇ, ਸੋਨੀਆ ਨਾਲ। ਮੈਨੂੰ ਯਾਦ ਹੈ, ਮੈਂ ਇੱਥੇ ਦੱਸਣਾ ਚਾਹੁੰਦਾ, ਜਦੋਂ ਸੋਨੀਆ ਗਾਂਧੀ ਇੱਥੇ ਆਏ ਉਦੋਂ MP ਸੀਗੇ, ਮੈਂ ਤੇ ਛੱਡ ਚੁੱਕਿਆ ਸੀ, ਅਕਾਲੀ ਦਲ ਤੇ ਪਹਿਲਾਂ ਛੱਡਤਾ ਸੀ, ਚਲਾ ਗਿਆ ਉਦੋਂ, ਕਿਉਂਕਿ ਮੈਂ ਸੋਚਿਆ 2 ਵੱਡੇ ਕੰਮ ਕਰਵਾਏ ਨੇ, ਜੇ ਮੈਂ ਅਕਾਲੀ ਦਲ 'ਚ ਰਹਿ ਜਾਣਾ। ਜੇ ਮੈਂ ਬਾਦਲ ਸਾਹਿਬ ਚਾਹੁੰਦੇ ਸੀ ਕਿ ਮੈਨੂੰ ਕੈਪਟਨ ਕਮਲਜੀਤ ਲੈ ਗਏ, ਅਨੰਦਪੁਰ ਸਾਹਿਬ ਧਰਤੀ ਇਹਨਾਂ ਨੇ ਮੈਨੂੰ ਸਨਮਾਨਿਤ ਕੀਤਾ। ਜਸਦਾਰ ਨੈਵਰ ਵਾਂਟਡ ਮੀ ਪਰਸਨ ਲਾਈਕ ਮੀ ਟੂ ਕਮ ਅਪ, ਇੱਕ ਇੱਥੋਂ ਸਾਡਾ ਸ਼ਰੀਕ ਪੈਦਾ ਹੋ ਗਿਆ। ਤੇ ਮੈਂ ਸੋਚਿਆ ਵੱਡਾ ਕੰਮ ਇੱਕ ਪਾਲਿਸੀ ਕਰਵਾ ਲਿਆ, ਦੂਜਾ ਰੈਂਟ ਕੰਟਰੋਲ ਐਕਟ ਕਰ ਲਿਆ। ਜੇ ਮੈਂ ਇਹਦੇ ਵਿੱਚ ਚਲੋ ਠੀਕ ਹੈ ਜ਼ੋਰ ਲਾਣਾ ਤੇ ਮੈਂ ਬਹੁਤ ਕੰਮ ਕਰਵਾ ਸਕਦਾ ਆਪਣੀ ਫੌਜ ਵਾਸਤੇ, ਮੈਨੂੰ ਤਾਂ ਕੁਛ ਚਾਹੀਦਾ ਨਹੀਂ। ਗੁਰੂਆਂ ਨੇ ਬਖਸ਼ਿਸ਼ ਕੀਤੀ ਹੈ, ਬਹੁਤ ਕੁਝ ਦਿੱਤਾ ਹੈ, ਮੇਰੇ ਬਜ਼ੁਰਗਾਂ ਦੀ ਮਿਹਰ ਹੈ, ਗਿਆਨੀ ਤੁਮ ਸਿੰਘ ਮੇਰੇ ਫਾਦਰ, ਮੇਰੀ ਮਾਤਾ ਜਸਵੰਤ ਕੌਰ ਜਿਨ੍ਹਾਂ ਨੇ ਮੈਨੂੰ ਪਾਲਣ ਪੋਸ਼ ਕੀਤਾ, ਇੱਥੋਂ ਪਹੁੰਚਾਇਆ, ਉਹ ਪਾਠ ਕਰਦੇ ਸੀ, ਉਹਨਾਂ ਕਰਕੇ ਉਹਨੂੰ ਇਹ ਫਲ ਮਿਲਿਆ। ਤੇ ਮੈਂ ਸਮਝਦਾ ਤੇ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਕਦੀ ਆਵਾਜ਼ ਨਹੀਂ ਜੇ ਚੁੱਕੀ। ਹੁਣ ਵੀ ਜੇ ਇਹ ਗੱਲ ਤੇ ਹੈਗੀ, ਕਦੀ ਇਹ ਆਪਣੇ ਜਵਾਨਾਂ, ਆਪਣੇ ਨੌਜਵਾਨ ਦੀ ਗੱਲ ਕਰੀਏ ਵੱਡੇ ਤੌਰ ਤੇ, ਕਿ ਇਹਨਾਂ ਨੇ ਗੱਲ ਕੀਤੀ ਜਾ ਕੇ ਸੈਂਟਰ 'ਚ? ਸਰ ਵੈਸੇ ਮੰਨ ਲਈਏ ਕਿ ਗਾਹੇ ਬਗਾਹੇ ਜਿਹੜਾ ਨਿੱਜੀਕਰਨ ਹੋ ਰਿਹਾ ਹਰੇਕ ਚੀਜ਼ ਦਾ,
ਅਸੀਂ ਹਰੇਕ ਕੰਮ ਦੀ ਗੱਲ ਕਰ ਲਈਏ, ਹਰੇਕ ਸਰਕਾਰੀ ਅਦਾਰੇ ਦੀ ਗੱਲ ਕਰ ਲਈਏ, ਪ੍ਰਾਈਵੇਟ ਹੱਥਾਂ 'ਚ ਦੇਣ ਦੀ ਕੋਸ਼ਿਸ਼ ਹੋ ਰਹੀ ਹੈ, ਜਾਂ ਠੇਕੇ ਤੇ ਭਰਤੀਆਂ ਹੋ ਰਹੀਆਂ ਨੇ, ਜਾਂ ਕੰਟਰੈਕਟ ਬੇਸ ਭਰਤੀਆਂ ਹੋ ਰਹੀਆਂ ਨੇ। ਲੱਗਦਾ ਕਿ ਨੌਜਵਾਨਾਂ ਨੂੰ ਜਿਹੜੀ ਉਹ ਪੈਨਸ਼ਨ ਹੀ ਖਤਮ ਕਰ ਦਿੱਤੀ ਗਈ, ਪੈਨਸ਼ਨ ਸਕੀਮ ਦਾ ਜ਼ਿਕਰ ਨਹੀਂ ਹੋ ਰਿਹਾ। ਨਹੀਂ ਕਿ ਇਹ ਸਿਰਫ ਵੱਡੇ ਵੱਡੇ ਅਦਾਰੇ ਅਡਾਨੀ ਵਰਗੇ ਨਾਲ ਲੈਣ 'ਚ ਕੋਈ ਹਰਜ ਨਹੀਂ, ਸਾਰੀ ਦੁਨੀਆ ਜਾਣਦੀ ਹੈ, ਤੇ ਉਹਨਾਂ ਦੇ ਪੈਰਾਂ ਥੱਲੇ ਉਧਰ ਚਲੇ ਜਾਣ, ਕੁਛ ਨਹੀਂ। ਉਹ ਤੇ ਠੀਕ ਹੈ, ਜਿਹੜੇ ਚੰਗੇ ਨੇ ਉਹਨਾਂ ਨੌਕਰੀਆਂ ਤੇ ਮਿਲ ਗਈਆਂ, ਪਰ ਪੈਨਸ਼ਨ ਕੋਈ ਨਹੀਂ, ਪੈਨਸ਼ਨ ਸਾਰਿਆਂ ਦੀ ਖਤਮ ਕਰ ਦਿੱਤੀ। ਜੇਕਰ ਮੰਨ ਲਿਆ ਜਾਏ ਤੁਸੀਂ ਜੇਕਰ ਤੁਸੀਂ ਰੇਲਵੇ ਵਿੱਚ ਹੋਰ ਸੈਂਟਰਲ ਗਵਰਨਮੈਂਟ ਜਿਹੜੀਆਂ ਸਰਵਿਸਿਜ਼ ਨੇ ਉੱਥੇ ਤੁਸੀਂ ਠੇਕੇ ਦੇ ਆਧਾਰ ਤੇ ਸ਼ੁਰੂ ਕਰਤਾ ਨਾਲ, ਜੇ ਤੁਸੀਂ ਰੇਲਵੇ ਦੇਣ ਲੱਗ ਪਏ ਠੇਕੇ ਤੇ ਜਾਂ ਹੋਰ ਜਿੰਨੀਆਂ ਸੰਸਥਾਵਾਂ ਨੇ, ਤੇ ਫਿਰ ਉੱਥੇ ਬਚਿਆ ਕਿ ਮਤਲਬ ਪੈਨਸ਼ਨ ਅਸ਼ੋਰਡ ਜੌਬ ਹੈ। ਇਹ ਸੁਪਰੀਮ ਕੋਰਟ ਦਾ ਫੈਸਲਾ ਹੈ। ਪੈਨਸ਼ਨ ਜਿਹੜੀ ਹੈ ਨਾ, ਇਟਸ ਅ ਡੈਫਰਡ ਪੇਮੈਂਟ ਆਫ ਦੀ ਸਰਵਿਸਿਜ਼ ਰੈਂਡਰਡ ਅਰਲੀਅਰ। ਜਿਹੜੇ ਤੁਸੀਂ ਪਹਿਲੋਂ ਕੰਮ ਕੀਤੇ ਨੇ, ਜਿਹੜੇ ਜੰਗਾਂ ਲੜੀਆਂ ਨੇ ਫੌਜ ਦੇ ਵਿੱਚ, ਇੰਨਾ ਕੁਛ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਆਪਣੇ ਬੱਚਿਆਂ ਦੀ ਦੇਖਭਾਲ ਨਹੀਂ ਕੀਤੀ, ਉੱਥੇ ਜਿਹੜੇ ਕੰਮ ਕੀਤੇ ਨੇ ਉਹਦੀ ਡੈਫਰਡ ਪੇਮੈਂਟ ਤੁਹਾਨੂੰ ਉਦੋਂ ਹੋਣੀ ਚਾਹੀਦੀ ਸੀ, ਉਹ ਹੁਣ ਹੋ ਰਹੀ ਹੈ। ਇਹ ਮੰਨਦੇ ਹੀ ਨਹੀਂ ਨਾ, ਇਹ ਸੁਪਰੀਮ ਕੋਰਟ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਉਹ ਆਰਓਪੀ ਦੀ ਗੱਲ ਕਰ ਲਓ ਜਾਂ ਕਿਸੇ ਦੀ ਗੱਲ ਕਰ ਲਓ। ਹੁਣ ਆਸਤਾ ਕਰਕੇ ਇਹ ਸਾਰਾ ਖਤਮ ਕਰ ਦਿਓ ਤਾਂ ਕਿ ਇਹਨਾਂ ਨੂੰ ਬਿਲਕੁਲ ਪੈਨਸ਼ਨ ਨਾ ਮਿਲੇ। ਪੈਨਸ਼ਨ ਤੇ ਦੇਖੋ, ਭਾਵੇਂ ਤੁਸੀਂ ਕੋਈ ਸਕੀਮ ਕਰਾਓ ਸਹੀ ਨਾ, ਲੋੜ ਤੇ ਜਗ੍ਹਾ ਸਾਰੀ ਇਸ ਉਮਰ 'ਚ ਰਿਟਾਇਰਮੈਂਟ ਤੋਂ ਬਾਅਦ ਜਦੋਂ ਬੱਚੇ ਪੁੱਛਦੇ ਨਹੀਂ, ਬੱਚੇ ਦੇ ਬਾਪੂ ਨੂੰ ਮਾਂ ਨੂੰ ਦੇਖੋ ਕੀ ਕੁਝ ਹੋ ਰਿਹਾ, ਫੜ ਕੇ ਕਿਤੇ ਨੂੰ ਫੂਕਿਆ ਜਾ ਰਿਹਾ, ਅੱਗ ਲਾਈ ਕਿਤੇ, ਉਹ ਤੁਸੀਂ ਸੰਸਕਾਰ ਕਰਨ ਉਹ ਤੇ ਬਾਅਦ 'ਚ ਆਏਗੀ। ਤੁਸੀਂ ਪਹਿਲੇ ਘਰ ਜਲਾਏ ਜਾ ਰਹੇ ਨੇ, ਕੋਈ ਕਤਲ ਹੋ ਰਹੇ ਨੇ ਆਪੋ 'ਚ, ਕਿਉਂਕਿ ਸਾਰੀ ਬਸ ਝਗੜਾ ਇਸੇ ਗੱਲ ਤੋਂ, ਕੋਈ ਨਸ਼ੇ ਕਰਕੇ ਕਰਦਾ ਤੇ ਕੋਈ ਪੈਸੇ ਕਰਕੇ, ਧਨ ਦੌਲਤ, ਕੋਈ ਗੈਂਗਸਟਰਵਾਦ ਇਦਾਂ ਕਰੀ ਜਾ ਰਹੇ ਨੇ। ਜਿਹੜੇ ਚੰਗੇ ਘਰਾਂ ਦੇ ਜਿਹੜੇ ਬਜ਼ੁਰਗ ਨੇ ਉਹ ਵੀ ਇਸ ਵੇਲੇ ਦੇਖੋ, ਉਹ ਬਜ਼ੁਰਗ ਜਿਹੜੇ ਬੜੇ ਨੇ ਦਾਰੇ, ਉਹਨਾਂ ਨੂੰ ਜਾ ਰਹੇ ਨੇ ਉੱਥੇ, ਠੀਕ ਹੈ, ਤੇ ਉੱਥੇ ਜਾ ਰਹੇ ਨੇ, ਉੱਥੇ ਘਰ ਰਹਿਣਾ ਚਾਹੁੰਦੇ ਕਿ ਪਰੇਸ਼ਾਨ ਨੇ, ਕਿਉਂਕਿ ਉਹਨਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ। ਇਹ ਤੇ ਫੌਜ ਦੇ ਫਿਰ ਵੀ ਹਾਲੇ ਪੈਨਸ਼ਨ ਮਿਲ ਰਹੀ, ਹਾਲੇ ਤੱਕ ਜਿਹੜੇ ਨੇ ਅੱਗੋਂ ਨਹੀਂ ਮਿਲਣੀ। ਤੇ ਉਹ ਤਾਂ ਉਹ ਪਰਿਵਾਰ ਵਾਲੇ ਜੁੜੇ ਨੇ ਕਿ ਬਾਪ ਨੂੰ ਥੋੜਾ ਜਿਹਾ ਚੋਪੜ ਕੇ ਰੋਟੀ ਦੇ ਦਿਓ, ਉਹਦੀ ਪੈਨਸ਼ਨ ਆਉਂਦੀ ਹੈ। ਇੱਕ ਆਪਣੇ ਫੌਜੀ ਨੇ ਟੈਲੀਫੋਨ ਕੀਤਾ 4 ਸਾਲ ਪਹਿਲਾਂ ਹੋਣੇ, ਕਹਿੰਦਾ ਜੀ ਮੈਂ ਬੜਾ ਦੁਖੀ ਹਾਂ। ਮੈਂ ਕਿਹਾ ਕੀ ਗੱਲ ਹੋ ਗਈ? ਉਹ ਫਿਰੋਜ਼ਪੁਰ ਤੋਂ ਫਰੀਦਕੋਟ। ਮੈਂ ਦੱਸੋ ਕੀ ਗੱਲ? ਸੰਪਰਕ ਤੇ ਹੈ ਹੀ ਆ, ਮੈਂ ਜਾਣਾ, ਤੁਹਾਨੂੰ ਪਤਾ ਪੰਜਾਬ 'ਚ ਹੁਣ ਤੇ ਘੱਟ ਹੋ ਗਿਆ ਕਿਉਂਕਿ ਆਪਣੀ ਸਿਹਤ ਦੇ ਮੁਤਾਬਕ। ਮੈਨੂੰ ਕਹਿੰਦਾ, ਮੈਂ ਕਿਹਾ ਦੱਸੋ ਕੀ ਗੱਲ ਹੈ? ਕਹਿੰਦਾ ਜੀ ਮੈਂ ਮੰਜੀ ਤੇ ਮੇਰਾ ਇਲਾਜ ਨਹੀਂ ਕਰਦੇ, ਪਰ ਕੀ ਕਰਦੇ ਨੇ, ਮੈਨੂੰ ਪੈਨਸ਼ਨ ਜੋ ਲੈਣੀ ਹੁੰਦੀ ਹੈ ਮੈਨੂੰ ਲੈਣ ਦੇਣ ਦੀ ਗੱਡੀ 'ਚ ਬਿਠਾ ਕੇ, ਤੇ ਉਸ ਵੇਲੇ ਪੈਨਸ਼ਨ ਲੈ ਕੇ ਸਾਰੀ ਆਪਣੇ ਕੋਲ ਰੱਖ ਲੈਂਦੇ ਨੇ। ਕਿਉਂ? ਮੈਂ ਕਿਹਾ ਉਹ ਕੰਮ ਨਹੀਂ ਕਰਦੇ। ਕਹਿੰਦਾ ਜੀ ਕੰਨ ਉਹਨਾਂ ਨੂੰ ਕੋਈ ਨਸ਼ੇ ਨੁਸ਼ੇ ਕਰਦਾ, ਇੱਕ ਦੂਜਾ ਕਰਦਾ, ਕੰਮ ਤੇ ਹੈ ਨਹੀਂ। ਤੇ ਕੰਮ ਕੀ ਹੈ ਕਿ ਭਾਈ ਹੁਣ ਤੁਸੀਂ ਉਹ ਜੇਕਰ ਉਹਨਾਂ ਲੇਬਰੀ ਕਰਨੀ ਹੈ, ਹੁਣ ਲੇਬਰੀ ਹੈ ਤਾਂ ਕੋਈ ਮਿਲਦਾ ਤਾਂ ਹੈ ਨਹੀਂ, ਤੇ ਬਾਪੂ ਦੀ ਪੈਨਸ਼ਨ। ਇਸ ਕਰਕੇ ਪੈਨਸ਼ਨ ਅਟਰੈਕਸ਼ਨ, ਪੈਨਸ਼ਨ ਕਿਉਂਕਿ ਤੁਹਾਡੀ ਤੁਸੀਂ ਕੰਮ ਕੀਤਾ ਉਹਦੀ ਪੈਨਸ਼ਨ ਹੈ, ਠੀਕ ਹੈ ਨਾ। ਤੇ ਨਰੇਗਾ ਵਗੈਰਾ ਕਰ ਕੇ ਤੇ ਉੱਥੇ ਤੇ ਕੀ ਬਣਨਾ? ਬਿਲਕੁਲ ਸਰ, ਤੁਸੀਂ ਇੱਕ ਗੱਲਾਂ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਹੈਗਾ ਕਿ ਕਿਤੇ ਦੁਬਾਰਾ ਉਹਨਾਂ ਦੇ ਬੱਚਿਆਂ ਦਾ ਸ਼ਿਕਾਰ ਨਾ ਖੇਡਿਆ ਜਾਵੇ। ਇਹ ਬੜੀ ਚਿੰਤਾ ਦੀ ਗੱਲ ਹੈ। ਇਸ ਵੇਲੇ ਪੰਜਾਬ ਦੇ ਵਿੱਚ ਦੁਬਾਰਾ ਬੜੇ ਹਾਲਾਤ ਜਿਹੜੇ ਨੇ ਨਾਜ਼ੁਕ ਬਣੇ ਹੋਏ ਨੇ। ਤੁਹਾਡੇ ਤਜਰਬੇ ਤੋਂ ਕੀ ਨਜ਼ਰ ਆਉਂਦਾ ਹੈ ਕਿ ਕੀ ਇਦਾਂ ਦੇ ਸੱਚੀ ਹਾਲਾਤ ਪੈਦਾ ਹੋ ਸਕਦੇ ਨੇ ਕਿ ਦੁਬਾਰਾ ਪੰਜਾਬ ਦੇ ਵਿੱਚ, ਖਾਸ ਕਰਕੇ ਕਿਉਂਕਿ ਲੰਮਾ ਸਮਾਂ ਹੋ ਗਿਆ ਹੁਣ ਗਵਰਨਰ ਹੀ ਰਾਜ ਨਹੀਂ ਲੱਗਿਆ ਹੈਗਾ, ਰਾਸ਼ਟਰਪਤੀ ਰਾਜ ਨਹੀਂ ਲੱਗਿਆ ਹੈਗਾ, ਤਾਂ ਦੁਬਾਰਾ ਉਹੀ ਤਿਆਰੀ ਕੀਤੀ ਜਾ ਰਹੀ ਤੁਹਾਡੇ ਹਿਸਾਬ ਦੇ ਨਾਲ? ਗੱਲ ਵੇਖ ਕੇ ਇਹ ਸਥਿਤੀ, ਹੁਣ ਮੈਂ ਗੱਲ ਕੀਤੀ ਸੀ ਕਿ ਨੌਜਵਾਨ ਪੜ੍ਹ ਲਿਖ ਗਏ ਨੇ, ਹੁਣ ਉੱਦਾਂ ਦੀ ਗੱਲ ਨਹੀਂ ਪੜ੍ਹੀ ਸਾਡੇ ਵਾਂਗੂ ਕਿ ਪੂਰੇ ਪੜ੍ਹੇ। ਇੱਥੇ ਤੇ ਬੜੇ ਸਾਰੇ ਪੜ੍ਹਦੇ ਨੇ। ਕੀ ਹੋ ਰਿਹਾ ਇਸ ਵੇਲੇ ਦੇਸ਼ 'ਚ, ਪੰਜਾਬ 'ਚ ਕੀ ਹੋ ਰਿਹਾ? ਜੇ ਇੱਕ ਲੜਾਈ ਚੱਲ ਰਹੀ ਹੈ ਜੁਡੀਸ਼ਰੀ ਦੀ, ਤੇ ਇਹ ਜਿਹੜੇ ਕਿ ਐਗਜ਼ੈਕਟਿਵ ਹੈਗੀ ਹੈ, ਜਾਂ ਕਿ ਗੱਲ ਕਰ ਰਹੀ ਹੈ ਕਿ ਜਿਹੜੇ ਇਲੈਕਟਡ ਗਵਰਨਮੈਂਟ ਹੈਗੀ ਹੈ, ਜਿਹੜੀ ਕਿ ਜਨਤਾ ਨੇ ਚੁਣੀ ਹੈ, ਤੇ ਜਿਹੜੇ ਕਿ ਉੱਤੇ ਉਹਨਾਂ ਦੇ ਉੱਤੇ ਸੰਵਿਧਾਨਕ ਅਹੁਦਿਆਂ ਤੇ ਬਰਕਰਾਰ ਨੇ। ਮੰਨ ਲਿਆ ਜਾਏ, ਸਿੱਧੀ ਪੰਜਾਬ ਦੀ ਗੱਲ ਸਿੱਧੀ ਕਿਉਂ ਨਾ ਕਰੀ ਜਾਏ, ਗਵਰਨਰ ਦੀ ਤੇ ਇੱਕ ਗੱਲ ਕਰ ਲਓ ਸੀਐਮ ਦੇ, ਆਪਣੇ ਸਰਕਾਰ ਦੀ। ਕੀ ਹੋ ਰਿਹਾ ਇੰਨੀ ਵੱਡੀ ਮੈਜੋਰਟੀ ਬਾਅਦ? ਠੀਕ ਹੈ, ਕਮੀਆਂ ਪੇਸ਼ੀਆਂ ਹੈਗੀਆਂ ਨੇ, ਉਹ 'ਚ ਕੋਈ ਗੱਲ ਨਹੀਂ, ਮੈਂ ਕਿਸੇ ਦੀ ਕੋਈ ਗੱਲ ਸਾਈਡ ਨਹੀਂ ਲੈ ਰਿਹਾ, ਠੀਕ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਇੰਟਰਨਲ ਸਿਚੁਏਸ਼ਨ ਬੜੀ ਮਾਰੀ ਹੋਈ, ਕੋਈ ਇੱਕਦਮ 'ਚ ਨਹੀਂ ਹੋ ਗਈ, ਇਹ ਲੰਬੇ ਸਮੇਂ ਤੋਂ ਚੱਲਦੀ ਆ ਰਹੀ, ਇੱਥੇ ਚੱਲੀ ਹੈ। ਹੁਣ ਕਈ ਇਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ, ਕਈ ਵਿੱਚ ਆ ਗਏ, ਕਈ ਸਾਜ਼ਿਸ਼ ਵੀ ਹੈ ਬਾਕੀ ਮੁਲਕਾਂ ਦੀ, ਕਈ ਅੰਦਰੂਨੀ ਸਥਿਤੀਆਂ ਵੀ ਹੈਗੀਆਂ ਨੇ। ਤੇ ਇਸ ਵਾਸਤੇ ਇਹ ਵੀ ਬੜੇ ਚਿਰ ਤੋਂ ਜਵਾਨਾਂ ਦੇ ਵਿੱਚ, ਮੈਂ ਕਹਿ ਚੁੱਕਿਆ ਪੰਜਾਬ ਦੇ ਵਿੱਚ ਜਿਹੜੀਆਂ ਚੰਗੀਆਂ ਫੈਮਲੀਆਂ ਨੇ, ਜਿਹੜੇ ਮੁੰਡੇ ਨੇ, ਮੈਂ ਉਹਨਾਂ ਦੀ ਗੱਲ ਕਰਨ ਡਿਆ ਜਿਹੜੇ ਕਿ ਪੜ੍ਹੇ ਲਿਖੇ ਨੇ, ਜਿਹੜੇ ਬਾਹਰ ਜਾ ਕੇ ਕੁਝ ਕਰਨਾ ਚਾਹੁੰਦੇ ਨੇ, ਬਾਹਰ ਜਾ ਕੇ ਹਜ਼ਾਰਾਂ ਏਕੜ ਜ਼ਮੀਨ ਲੈ ਕੇ ਅੱਜ ਉੱਥੇ ਬਦਾਮ ਉਗਾ ਰਹੇ ਨੇ, ਤੁਹਾਨੂੰ ਭੇਜ ਰਹੇ ਨੇ।
ਇੱਥੇ ਖਾ ਰਹੇ ਹਾਂ ਉਹਨਾਂ ਦੇ ਬਦੌਲਤ ਜੋ ਕੁਛ ਹੈ ਉੱਥੇ ਇੰਨੇ ਰੁਜ਼ਗਾਰ ਦੇ ਰਹੇ ਨੇ ਉੱਥੇ। ਤੇ ਇਸ ਵਾਸਤੇ ਉਹ ਡਰ ਹੈਗਾ ਕਿ ਅੱਜ ਉਹ ਹਾਲਾਤ ਬਣ ਰਹੇ ਆਪੋ 'ਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਚੁੱਕੀ ਹੈ ਪੰਜਾਬ ਦੇ ਵਿੱਚ। ਗਵਰਨਰ ਤੇ ਇੱਕ ਮੁੱਖ ਮੰਤਰੀ ਦੇ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਛੋਟੀਆਂ ਗੱਲਾਂ ਦੇ ਉੱਤੇ ਤੁਸੀਂ ਇੱਕ ਦੂਜੇ ਨਾਲ ਟਕਰਾਅ ਹੋ ਰਿਹਾ ਤੇ ਕਿੱਥੇ ਜਾ ਕੇ ਵਿਕਾਸ ਹੋਏਗਾ ਤੇ ਕਿੱਥੇ ਜਾ ਕੇ ਤੁਸੀਂ ਕੰਮ ਕਰਨਗੇ। ਸਰ ਜੀ ਇਹ ਡਰ ਹੈਗਾ, ਗੱਲ ਤੇ ਉੱਥੇ ਆਈ ਹੈ। ਬਿਲਕੁਲ ਡਰ ਹੈਗਾ, ਇਸੇ ਕਰਕੇ ਇਹ ਡਰ ਦਾ ਕਾਰਨ ਵੀ ਬਣ ਰਿਹਾ ਕਿ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ। ਅਖੀਰ ਤੇ ਜੇ ਤੁਹਾਡੇ ਤਜਰਬੇ ਤੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਹੱਲ ਕੀ ਹੈਗਾ? ਆਖਿਰਕਾਰ ਇੱਕ ਚਰਚਾ ਤਾਂ ਚੱਲਦੀ ਹੈ, ਸਿਆਸਤਦਾਨ ਵੀ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਅਸੀਂ ਇਦਾਂ ਦੇ ਹਾਲਾਤ ਬਣਾ ਲੈਣੇ ਕਿ ਪੰਜਾਬ ਰੰਗਲਾ ਕਰ ਲੈਣਾ ਕਿ ਵਿਦੇਸ਼ਾਂ ਤੋਂ ਲੋਕ ਆਣ ਕੇ ਪੰਜਾਬ 'ਚ ਕੰਮ ਕਰਿਆ ਕਰਨਗੇ। ਪਰ ਬਹੁਤ ਚੀਜ਼ਾਂ ਸਬਜ਼ਬਾਗ ਜਿਹੀਆਂ ਲੱਗਦੀਆਂ ਨੇ ਕਿ ਇਦਾਂ ਦੇ ਕਦੇ ਹਾਲਾਤ ਬਣਨਗੇ ਕਿ ਵਿਦੇਸ਼ਾਂ ਤੋਂ ਆਣ ਕੇ ਲੋਕ ਇੱਥੇ ਭਾਰਤ ਦੇ ਵਿੱਚ ਜਾਂ ਖਾਸ ਕਰਕੇ ਪੰਜਾਬ 'ਚ ਕੰਮ ਕਰਨਗੇ। ਤੁਹਾਡੇ ਹਿਸਾਬ ਨਾਲ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਵੀ ਕਰ ਲਈਆਂ ਜਾਣ ਤਾਂ ਹੋ ਸਕਦਾ ਕਿ ਯੂਥ ਜਿਹੜਾ ਡੀਰੇਲ ਹੋ ਗਿਆ, ਨਸ਼ਿਆਂ ਦੇ ਰਾਹ ਤੇ ਪੈ ਗਿਆ, ਜਾਂ ਉਹਦੇ ਰਾਹ ਜਿਹੜੇ ਨੇ ਉਹਨੇ ਬਦਲੇ ਗੈਂਗਸਟਰਾਂ ਵਾਲੇ ਪਾਸੇ ਚਲ ਗਿਆ, ਜਾਂ ਵਿਦੇਸ਼ਾਂ ਦਾ ਰੁਖ ਕਰ ਚੁੱਕਾ, ਉਹ ਘੱਟੋ ਘੱਟ ਪੰਜਾਬ 'ਚ ਰਹਿ ਕੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਸ਼ੁਰੂ ਕਰੇ? ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਸਰਕਾਰੀ ਤੌਰ ਤੇ ਜਾਂ ਆਪਣੇ ਤੌਰ ਤੇ ਕਰਨੀਆਂ ਚਾਹੀਦੀਆਂ? ਮੈਂ ਕਹਿਣਾ ਕਿ ਪਹਿਲੀ ਗੱਲ ਤਾਂ ਇਹ ਹੋਵੇ ਕਿ ਲੋੜ ਹੈਗੀ ਹੈ ਕਿ ਇਸ ਕਿਸਮ ਦੇ ਸਿਆਸੀ ਨੇਤਾ ਸਾਹਮਣੇ ਆਉਣ ਜਿਹੜੇ ਕਿ ਸਿਰਫ ਕਸਮ ਖਾ ਕੇ ਨਹੀਂ ਕਿ ਫਿਰ ਬਾਅਦ 'ਚ ਮੁੱਕਰ ਜਾਣ, ਬਲਕਿ ਜਿਨ੍ਹਾਂ ਦੇ ਮਨਾਂ ਦੇ ਅੰਦਰ ਵਾਕਈ ਇਹ ਚੀਜ਼ ਪੈਦਾ ਹੋਏ ਕਿ ਅਸੀਂ ਨੌਜਵਾਨਾਂ ਦਾ ਭਲਾ ਕਰਨਾ ਹੈ, ਅਸੀਂ ਸਮਾਜ ਦਾ ਭਲਾ ਕਰਨਾ ਹੈ, ਆਪਣੇ ਪਰਿਵਾਰ ਦਾ ਨਹੀਂ ਕਰਨਾ, ਤੇ ਉਸ ਮਨਸ਼ਾ ਦੇ ਨਾਲ ਆਉਣ ਤੇ ਸਿਰਫ ਅਪਰਾਧੀ ਨੇਤਾ ਨੂੰ ਨਾ ਲਿਆਉਣ ਅੱਗੇ। ਜਿਨ੍ਹਾਂ ਦੇ ਕੋਈ ਬੜੇ ਵੱਡੇ ਮੁਕੱਦਮੇ ਚੱਲ ਰਹੇ ਨੇ ਉਹਨਾਂ ਨੂੰ ਟਿਕਟਾਂ ਦੇ ਕੇ ਪਹਿਲੋਂ ਇਹ ਸੁਧਾਰ ਕਰਨ। ਇਲੈਕਟੋਰਲ ਰਿਫਾਰਮ ਦੀ ਜ਼ਰੂਰਤ ਹੈ ਤੇ ਉਹ ਨੇਤਾ ਅਗਰ ਕਰਨਗੇ, ਪਾਲਿਸੀ ਬਣਾਉਣੀ ਤੇ ਇਹਨਾਂ ਨੇ ਹੈ, ਨੀਤੀਆਂ ਇਹਨਾਂ ਨੇ ਤਿਆਰ ਕਰਨੀਆਂ ਨੇ, ਜਿਹੜੇ ਕਿ ਕਾਨੂੰਨ ਨਿਰਮਾਤਾ ਨੇ। ਕਾਨੂੰਨ ਨਿਰਮਾਤਾ ਜੇ ਪਾਰਲੀਮੈਂਟ 'ਚ ਉਹਨਾਂ ਕਾਨੂੰਨ MP ਨੇ, ਜੇ ਉਹਨਾਂ ਦੇ ਮਨ ਸਾਫ਼ ਨੇ, ਜੇ ਉਹਨਾਂ ਦੀ ਨੇਕ ਨੀਅਤ ਹੈਗੀ ਹੈ। ਇੱਥੇ ਨੀਅਤ ਤੇ ਇਰਾਦੇ ਨੇਕ ਨਹੀਂ ਹੈਗੇ, ਕਿਸੇ ਦੇ ਵੀ ਨਹੀਂ ਹੈਗੇ। ਸਾਰੇ ਆਪਾਂ ਆਪਣੀ ਪਾਰਟੀ ਵੱਲ ਜਾਉਦਾ ਕਿ ਚੱਲਦੇ ਨੇ, ਬੜੇ ਘੱਟ ਨੇ, ਬੜੇ ਵੈਰੀ ਫਿਊ ਜਿਹੜੇ ਕਿ ਇਸ ਪਾਸੇ ਸੋਚਣ, ਪਰ ਉਹ ਚੱਲ ਨਹੀਂ ਸਕਦੇ ਕਿਉਂਕਿ ਇਹ ਕਾਨੂੰਨ ਨਿਰਮਾਤਾ ਸਿਰਫ ਸੁਪਰੀਮ ਕੋਰਟ ਹੈਗੀ ਹੈ ਜਿਹੜੀ ਇਸ ਵੇਲੇ ਅਦਾਲਤ ਹੈਗੀ, ਉਹ ਜਿਹੜੇ ਕਿ ਇਸ ਵੇਲੇ ਇਸ ਚੀਜ਼ ਨੂੰ ਸਮਝ ਰਹੇ ਨੇ, ਕਿਉਂਕਿ ਉਹ ਤੇ ਜਾਂਦੇ ਨੇ ਕਨਸਟੀਟਿਊਸ਼ਨ ਦੇ ਉੱਤੇ ਕਿ ਤੁਸੀਂ ਉਹਦਾ ਗਲਤ ਇਸਤੇਮਾਲ ਕਰ ਰਹੇ ਹੋ। ਇਸ ਵਾਸਤੇ ਪਹਿਲੀ ਗੱਲ ਹੈ ਇਹ ਸੁਧਾਰ ਕਰਨਾ ਪਏਗਾ, ਇਹਨਾਂ ਨੂੰ ਹੋਣਾ ਪਏਗਾ। ਦੂਜੀ ਗੱਲ ਇਹ ਜਿਹੜੇ ਆਪਾਂ ਦੇਖੋ ਕਿਸਾਨਾਂ ਨੇ ਅੰਦੋਲਨ ਕੀਤਾ ਸੀ, ਇਕੱਠੇ ਹੋ ਕੇ ਸਾਰਿਆਂ ਨੇ ਹਾਸਲ ਕਰ ਲਿਆ, ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਹੋ ਗਏ। ਇਹ ਸ਼ਾਂਤਮਈ ਢੰਗ ਦੇ ਨਾਲ ਬਹੁਤ ਵੱਡਾ ਨਮੂਨਾ ਕਿਸਾਨਾਂ ਨੇ ਦਿੱਤਾ ਸੀ। ਮੈਂ ਵੀ ਉੱਥੇ ਗਿਆ ਸੀ ਉਹਨਾਂ ਸਾਲਾਂ ਦੇ, ਮੈਂ ਉਹਦਾ ਲਿਖ ਵੀ ਚੁੱਕਿਆ। ਹੁਣ ਸਾਰੇ ਉਸ ਤੋਂ ਬਾਅਦ ਅਲੱਗ ਹੋ ਗਏ ਕਿਉਂਕਿ ਆਪਣਾ ਉਹਨਾਂ ਨੂੰ ਤੋੜ ਫੋੜ ਵਾਲੀ ਨੀਤੀ ਆ ਗਈ। ਹੁਣ ਵੀ ਅਗਰ ਨੌਜਵਾਨ ਸ਼ਾਂਤਮਈ ਢੰਗ ਦੇ ਨਾਲ ਅਗਰ ਆਪਣੀ ਆਵਾਜ਼ ਬੁਲੰਦ ਕਰਨਗੇ, ਨਸ਼ਿਆਂ ਤੋਂ ਦੂਰ ਹਟਣਗੇ ਤੇ ਉਹਨਾਂ ਦਾ ਕਲਿਆਣ ਸੰਭਵ ਹੈ। ਜੇਕਰ ਉਧਰ ਹੀ ਚੱਲਦੇ ਰਹੇ ਫਿਰ ਨਹੀਂ, ਨਸ਼ਿਆਂ ਵੱਲ ਚੱਲ ਗਏ, ਗੈਂਗਸਟਰ ਵੱਲ ਚਲੇ ਗਏ, ਕਈ ਕੋਈ ਕੰਮ ਚੰਗੇ ਠੀਕ ਹੈ। ਜੋ ਕੋਈ ਧਾਰਮਿਕ ਪਾਸੇ ਲੱਗ ਰਿਹਾ, ਨਸ਼ਿਆਂ ਤੋਂ ਛੁਡਾ ਰਿਹਾ, ਜੋ ਕੋਈ ਅੰਮ੍ਰਿਤ ਪਾਨ ਕਰ ਰਿਹਾ ਤੇ ਉਹ 'ਚ ਹਾਜ਼ਰ ਕੀ ਹੈ, ਉਹ ਤਾਂ ਉਸ ਪਾਸੇ ਠੀਕ ਹੈ ਜਾ ਰਿਹਾ। ਪਰ ਜੇ ਤੁਸੀਂ ਸਾਰਿਆਂ ਨੂੰ ਬਾਅਦ 'ਚ ਕਹਿੰਦੇ ਨੇ ਸਾਰੇ ਗਲਤ ਨਹੀਂ, ਥੋੜ੍ਹੇ ਬਹੁਤੇ ਐਲੀਮੈਂਟ ਹੁੰਦੇ ਨੇ। ਇਸ ਵਾਸਤੇ ਸਭ ਤੋਂ ਗੱਲ ਵੇਖ ਕੇ ਸਾਡੇ ਕਾਨੂੰਨ ਨਿਰਮਾਤਾ, ਸਾਡੇ ਜਿਹੜੇ ਸਿਆਸਤਦਾਨ ਨੇ, ਸਾਡੀਆਂ ਸਿਆਸੀ ਪਾਰਟੀਆਂ ਨੇ, ਸਾਰੇ ਲੋਭ ਲਾਲਚ ਦੇਣੇ ਛੱਡ ਕੇ ਟੈਂਪਰੇਰੀ ਦੇ ਕੇ ਬਾਅਦ 'ਚ ਇੱਦਾਂ ਹੀ ਉਦੋਂ ਇਲੈਕਸ਼ਨ ਜਿਹੜੀਆਂ ਜਿੱਤ ਕੇ, ਤੇ ਇਹ ਬੜੇ ਵੱਡੇ ਰਿਫਾਰਮ ਦੀ ਜ਼ਰੂਰਤ ਹੈ। ਨੀਤੀਆਂ ਨੂੰ ਘੜਨ ਦੀ ਜ਼ਰੂਰਤ ਹੈ, ਜਿੱਦਾਂ ਮੈਂ ਦੱਸ ਚੁੱਕਿਆ ਜਿਹੜੀਆਂ ਨੀਤੀਆਂ ਦਾ ਪ੍ਰਭਾਵ ਤੇ ਉਹਨਾਂ ਨੂੰ ਲਾਗੂ ਕਰਨ ਦਾ, ਤੇ ਜਿਨ੍ਹਾਂ ਤੇ ਲਾਗੂ ਹੋਣੇ ਨੇ ਇਹ ਖੁਦਕਸ਼ੀਆਂ ਕਰਨਾ ਛੱਡ ਦੇਣ। ਮੈਂ ਇਹ ਗੱਲ ਮੈਂ ਇੱਥੇ ਆਖਰੀ ਤੁਸੀਂ ਤਾਂ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਇੱਕ ਦਿਨ ਸਵੇਰੇ ਅੱਜ ਵੀ ਮੈਂ 3:30-4 ਵਜੇ ਉੱਠ ਕੇ ਸੈਰ ਤੋਂ ਥੋੜ੍ਹੀ ਮੋਟੀ ਕਰੀ ਦੀ ਹੈ। ਮੈਂ ਇੱਕ ਵਾਰੀ ਇੱਥੋਂ ਉਦੋਂ ਸੜਕ ਨਹੀਂ ਸੀ ਬਣੀ ਤੇ ਮੈਂ ਜਾ ਰਿਹਾ ਸੀ ਲੇਕ ਦੇ ਉੱਤੇ, ਸੁਖਨਾ ਲੇਕ ਤੇ ਉੱਥੇ ਮੈਂ ਦੇਖਿਆ ਯੂਥ ਕਿਸ਼ਨਗੜ੍ਹ ਪਿੰਡ ਹੈ ਬਾਹਰ, ਉੱਥੇ ਉਦੋਂ ਕੋਈ ਟ੍ਰੈਫਿਕ ਕੋਈ ਨਹੀਂ ਸੀ, ਕੋਈ ਸਕੂਟਰ ਨਹੀਂ ਸੀ ਜਾਂਦਾ, ਕੋਈ ਸਾਈਕਲ ਵਾਲੇ ਪੈਦਲ ਪੁੱਲ ਜਾਂਦੇ, ਤੇ ਉਹ ਬੋਤਲਾਂ ਲਾਗੇ ਪਈਆਂ, ਗਰਮੀਆਂ ਦਿਨ ਸੀ, ਬੋਤਲ ਪਈ ਤੇ ਉਹ ਸੁੱਤੇ ਪਏ ਸੀ। ਮੈਂ ਫਿਰ ਇੱਕ ਸ਼ੇਰ ਲਿਖਿਆ ਆ ਕੇ, ਉਹ ਪੰਜਾਬੀ ਗੱਭਰੂ ਸੁੱਤਿਆ ਕੋਈ ਜ਼ੋਰ ਦਿਖਾ ਦੇ। ਉਹ ਪੰਜਾਬੀ ਗੱਭਰੂ ਸੁੱਤਿਆ, ਉਹ ਗੱਭਰੂ ਕਿਤੇ ਦਾ ਵੀ ਹੋਏ, ਚਲੋ ਪੰਜਾਬੀ ਦੀ ਤੇ ਮੈਂ ਗੱਲ ਕਰਦਾ ਕਿਉਂਕਿ ਪੰਜਾਬੀ, ਉਹ ਦੇਸ਼ ਦੇ ਗੱਭਰੂ ਸੁੱਤਿਆ ਕੋਈ ਜ਼ੋਰ ਦਿਖਾ ਦੇ। ਆਕਾਸ਼ 'ਚ ਉਡਾਨਾ ਭਰ ਕੇ, ਕਿਉਂ ਉਸ ਵੇਲੇ ਹਵਾਈ ਜਹਾਜ਼ ਇੱਕ ਉੱਠ ਰਿਹਾ ਸੀ, ਚਾਂਦਨੀ ਰਾਤ ਸੀਗੀ,
ਤੇ ਮੈਨੂੰ ਸਾਹਮਣੇ ਮੈਂ ਦੇਖਿਆ ਕਿ ਭਾਈ ਦੇਖੋ ਉਹ ਵੀ ਪਾਇਲਟ ਹੈਗਾ ਚਲਾ ਰਿਹਾ। ਆਕਾਸ਼ ਚ ਡਾਨਾ ਭਰ ਕੇ, ਮੈਂ ਫੌਜੀ ਸੀ ਤਾਂ ਆਇਆ ਹੀ ਸੀ ਪੈਨਸ਼ਨ ਵਾਲੇ, ਤੇ ਕੀ ਕਰ ਦੁਸ਼ਮਣ ਦੇ ਛੱਕੇ ਛੁਡਾ ਦੇ, ਆਕਾਸ਼ ਵੀ ਤੇਰੀ ਸੀਮਾ ਨਹੀਂ, ਸਕਾਈ ਇਜ਼ ਨਾਟ ਯੂਰ ਲਿਮਟ। ਤੇ ਫਿਰ ਕੀ ਕਰ ਟੱਪ ਛੜੱਪੇ ਮਾਰ ਕੇ ਚੰਦ ਤਾਰਿਆਂ ਤੱਕ ਪਹੁੰਚਾ ਲੈ, ਟਰਾਈ ਟੂ ਅਚੀਵ ਦੀ ਹਾਈਐਸਟ। ਫੁੱਲ ਨਸ਼ਿਆਂ ਤੇ ਨਕਲਾਂ, ਨਸ਼ਿਆਂ ਤੇ ਨਕਲਾਂ ਦਾ ਤੇ ਸੇਵਨ ਛੱਡ ਕੇ ਆਪਣਾ ਜੀਵਨ ਸਫਲ ਬਣਾ ਲੈ। ਜੀ ਬਹੁਤ ਸ਼ੁਕਰੀਆ ਕਾਲੂ ਸਾਹਿਬ, ਤੁਸੀਂ Thank you. ਸਮਾਂ ਦਿੱਤਾ, ਬਹੁਤ ਧੰਨਵਾਦ ਤੁਹਾਡਾ। ਇਹ ਸਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੂ, ਜਿਨ੍ਹਾਂ ਨਾਲ ਗੱਲਬਾਤ ਕਰਕੇ ਸਮਝੀ ਹੈਗੀ ਕਿ ਪੰਜਾਬ ਇਹਨਾਂ ਹਾਲਾਤਾਂ 'ਚ ਪਹੁੰਚਿਆ ਕਿਉਂ। ਤਾਂ ਬਹੁਤ ਸਾਰੀਆਂ ਚੀਜ਼ਾਂ ਬੜੇ ਵਿਭਾਗ ਢੰਗ ਨਾਲ ਇਹਨਾਂ ਨੇ ਦੱਸੀਆਂ ਕਿ ਕਿਸ ਤਰੀਕੇ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਨੇ, ਖਾਸ ਕਰਕੇ ਪੰਜਾਬ ਦੀਆਂ ਸਰਕਾਰਾਂ ਨੇ ਵੀ ਤੇ ਦੇਸ਼ ਦੇ ਵਿੱਚ ਜਿਹੜੀਆਂ ਹਕੂਮਤਾਂ ਆਈਆਂ, ਉਹਨਾਂ ਨੇ ਆਪਣੇ ਨਿੱਜੀ ਮਫਾਦ ਪਹਿਲਾਂ ਰੱਖੇ। ਇਸੇ ਕਾਰਨ ਅਸੀਂ ਅੱਜ ਇਹਨਾਂ ਹਾਲਾਤਾਂ 'ਚ ਆ ਕਿ ਸਾਡਾ ਯੂਥ ਜਿਹੜਾ ਇੱਥੇ, ਉਹਦੇ ਵਿੱਚ ਇੱਕ ਡਰ ਹੈਗਾ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਡਰ ਹੈਗਾ ਕਿ ਕਿਤੇ ਦੁਬਾਰਾ ਉਹਨਾਂ ਦੇ ਨੌਜਵਾਨਾਂ ਦਾ ਸ਼ਿਕਾਰ ਨਾ ਖੇਡਿਆ ਜਾਵੇ ਜਾਂ ਉਹ ਨਸ਼ੇ ਦਾ ਸ਼ਿਕਾਰ ਨਾ ਹੋ ਜਾਣ। ਤਾਂ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਸਮਝਾਈਆਂ ਕਿ ਕਿਸ ਤਰੀਕੇ ਨਾਲ ਸਿਆਸਤਦਾਨਾਂ ਨੇ ਆਪਣੇ ਨਿੱਜੀ ਮਫਾਦਾਂ ਦੇ ਲਈ, ਪੈਸਿਆਂ ਦੇ ਖਾਤਰ ਬਹੁਤ ਸਾਰੇ ਲੋਕਾਂ ਦੇ ਲਈ ਇਦਾਂ ਦੀਆਂ ਪਾਲਿਸੀਆਂ ਨਹੀਂ ਬਣਾਈਆਂ ਜਿਹੜੀਆਂ ਉਹਨਾਂ ਲਈ ਚੰਗੀਆਂ ਹੋ ਸਕਦੀਆਂ ਸੀ। ਆਪਣੇ ਫਾਇਦੇ ਪਹਿਲਾਂ ਦੇਖੇ। ਤਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰੋ। ਇੱਥੇ ਤੁਹਾਡੇ ਤੋਂ ਅੱਗੇ ਲੈਣੀ ਹੈ। ਬਹੁਤ ਬਹੁਤ ਧੰਨਵਾਦ।